Yes. So as we get into this word today, ਜਿਸ ਤਰ੍ਹਾਂ ਅਸੀਂ ਵਚਨ 'ਚ ਜਾਣਦੇ ਹੈਗੇ ਹਾਂ, everyone has emotions in this world. ਇਸ ਦੁਨੀਆ ਦੇ ਅੰਦਰ ਹਰ ਇੱਕ ਇਨਸਾਨ ਦੇ ਅੰਦਰ ਜਿਹੜਾ ਹੈਗਾ ਇਮੋਸ਼ਨਸ ਹੁੰਦੀਆਂ. Some emotions cause a deeper consequence in others. ਕੁਝ ਇਮੋਸ਼ਨਸ ਜਿਹੜੀਆਂ ਦੂਜੇ ਲੋਕਾਂ ਵਾਸਤੇ ਜਿਹੜਾ ਹੈਗਾ ਕੁਝ ਆਧਾਰ ਬਣਦੀਆਂ. For example, anger, it can cause destruction in others, in the lives of others. ਜੇ ਕ੍ਰੋਧ ਹੋਵੇ ਤੇ ਦੂਜੇ ਲੋਕਾਂ ਦੇ ਅੰਦਰ ਜਿਹੜਾ ਹੈਗਾ ਬੁਰਾ ਹੋ ਸਕਦਾ ਹੈ. Whereas sadness only mostly affects the person who is sad. ਦੁੱਖ ਜਿਹੜਾ ਹੈਗਾ ਉਹ ਸਿਰਫ ਉਹਨੂੰ ਫਰਕ ਪੈਂਦਾ ਜਿਹਨੂੰ ਹੁੰਦਾ ਹੈਗਾ. There is an emotion called hate. ਇੱਕ ਘ੍ਰਿਣਾ ਇਮੋਸ਼ਨ ਵੀ ਹੈਗੀ ਆ. Hate means extreme dislike. ਕਿ ਕਿਸੇ ਨੂੰ ਬਹੁਤ ਬੁਰਾ ਮੰਨਣਾ ਕਿਸੇ ਦੇ ਬਾਰੇ. Hate is very deceptive. ਧੋਖੇ ਵਾਲੀ ਚੀਜ਼ ਹੈ. Though it is dislike for someone, it can be hidden. ਹੋ ਸਕਦਾ ਹੈ ਤੁਹਾਨੂੰ ਕੋਈ ਬੰਦਾ ਪਸੰਦ ਨਾ ਹੋਏ ਲੇਕਿਨ ਛੁਪੀ ਹੋਏ ਚੀਜ਼. The Bible talks a lot about hate and hatred. ਬਾਈਬਲ ਦੇ ਅੰਦਰ ਇਹਦੇ ਬਾਰੇ ਬੜਾ ਵਰਣਨ ਕੀਤਾ ਗਿਆ. There is human hatred, there is divine hatred. ਇੱਕ ਇਨਸਾਨੀ ਹੇਟਰਡ ਹੈਗੀ ਹੈ ਤਾਂ ਇੱਕ ਪਰਮੇਸ਼ਵਰ ਦੀ ਹੈਗੀ ਹੈ. I'm not going to focus today on human hatred, but I'm going to focus on divine hatred. ਮੈਂ ਜਿਹੜਾ ਹੈਗਾ ਇਨਸਾਨੀ ਜਿਹੜਾ ਘ੍ਰਿਣਾ ਹੈਗੀ ਹੈ ਉਹਦੇ ਤੇ ਧਿਆਨ ਨਹੀਂ ਦੇਵਾਂਗਾ, ਲੇਕਿਨ ਜੋ ਪਰਮੇਸ਼ਵਰ ਘ੍ਰਿਣਾ ਕਰਦੇ ਹੈਗੇ ਨੇ. What are the things God hates? ਕਿਹੜੀਆਂ ਚੀਜ਼ਾਂ ਪਰਮੇਸ਼ਵਰ ਜਿਹਦੇ ਨਾਲ ਘ੍ਰਿਣਾ ਕਰਦੇ ਹੈਗੇ? What are the few things that God has mentioned in scripture that he hates? ਕਿਹੜੀ ਚੀਜ਼ਾਂ ਹੈਗੀਆਂ ਜਿਹੜੇ ਪਰਮੇਸ਼ਵਰ ਨੇ ਆਪਣੇ ਵਚਨ 'ਚ ਲਿਖਿਆ ਮੈਂ ਘ੍ਰਿਣਾ ਕਰਦਾ ਹੈਗਾ? The reason for this is that what God hates, we also as his children should hate. ਇਹਦਾ ਤੱਤ ਇਹ ਹੈਗਾ ਕਿ ਜੋ ਪਰਮੇਸ਼ਵਰ ਘ੍ਰਿਣਾ ਕਰਦੇ ਹੈਗੇ ਉਹਨਾਂ ਦੇ ਸੰਤਾਨ ਹੋਣ ਨਾਤੇ ਅਸੀਂ ਵੀ ਉਸੇ ਚੀਜ਼ਾਂ ਨਾਲ ਘ੍ਰਿਣਾ ਕਰੀਏ. The title today is the things God hates. ਸ਼ੀਰਸ਼ਕ ਇਹ ਹੈਗਾ ਕਿ ਜੋ ਚੀਜ਼ਾਂ ਪਰਮੇਸ਼ਵਰ ਘ੍ਰਿਣਾ ਕਰਦੇ ਹੈਗੇ. We are going to quickly look at 8 things God hates. ਅਸੀਂ 8 ਚੀਜ਼ਾਂ ਦੇਖਾਂਗੇ. And some of these things are easily overlooked. ਕਈ ਚੀਜ਼ਾਂ ਹੈਗੀਆਂ ਜਿਨ੍ਹਾਂ ਨੂੰ ਅਸੀਂ ਨਜ਼ਰਅੰਦਾਜ਼ ਕਰ ਦਿੰਦੇ ਹਾਂ. So let us try to understand these things so that we also will learn to hate. ਅਸੀਂ ਇਹ ਧਿਆਨ ਨਾਲ ਸਮਝੀਏ ਤਾਂ ਕਿ ਅਸੀਂ ਵੀ ਘ੍ਰਿਣਾ ਕਰੀਏ. Number one thing, let us start. Number one thing God hates is divorce. ਪਹਿਲੀ ਚੀਜ਼ ਜਿਹੜੀ ਹੈਗੀ ਹੈ ਤਲਾਕ ਜਿਹੜਾ ਹੈਗਾ ਪਰਮੇਸ਼ਵਰ ਘ੍ਰਿਣਾ ਕਰਦੇ ਹੈਗੇ. This subject has been controversial in many areas. ਇਹ ਚੀਜ਼ ਜਿਹੜੀ ਹੈਗੀ ਹੈ ਬੜੀ ਕੰਟਰੋਵਰਸ਼ੀਅਲ ਹੈਗੀ ਹੈ. In the days when divorce is so easily obtained, what is God's view of divorce? ਅੱਜ ਕੱਲ੍ਹ ਜਿਹੜਾ ਹੈਗਾ ਤਲਾਕ ਲੈਣਾ ਬੜਾ ਆਸਾਨ ਹੈਗਾ, ਲੇਕਿਨ ਪਰਮੇਸ਼ਵਰ ਕੀ ਸੋਚਦੇ ਇਹਦੇ ਬਾਰੇ 'ਚ? People don't think a lot about divorce because it's so easily accepted these days. ਲੋਕੀ ਜਿਹੜਾ ਇਹਦੇ ਬਾਰੇ ਧਿਆਨ ਜ਼ਿਆਦਾ ਨਹੀਂ ਦਿੰਦੇ ਹੈਗੇ ਕਿਉਂਕਿ ਬੜੇ ਆਸਾਨੀ ਨਾਲ ਮਿਲ ਜਾਂਦਾ. Some when the first thing of divorce, we say God is against divorce, people say, what about abuse? ਜਦੋਂ ਤਲਾਕ ਦੀ ਵਾਲੀ ਗੱਲ ਹੁੰਦੀ ਹੈਗੀ ਤੇ ਲੋਕੀ ਕਹਿੰਦੇ ਹਾਂ ਵੀ ਕਿ ਜੇ ਕੋਈ ਮਾਰਦਾ ਹੋਏ ਤੇ ਉਹਦਾ ਕੀ ਕਰੋ ਤੁਸੀਂ? A recent survey on divorce statistics said like this. ਤਲਾਕ ਦੇ ਬਾਰੇ ਜਿਹੜਾ ਹੈਗਾ ਸਟੈਟਿਸਟਿਕਸ ਹੈਗੇ ਉਹ ਇਸ ਤਰ੍ਹਾਂ ਕਹਿੰਦੇ. They brought 8 reasons for divorce. ਉਹਨਾਂ ਨੇ 8 ਦੱਸੇ ਕਿ ਵੀ ਇਹ ਚੀਜ਼ਾਂ ਹੈਗੀਆਂ ਜਿਨ੍ਹਾਂ ਦੇ ਕਾਰਨ ਤਲਾਕ ਹੁੰਦੇ. For example, lack of commitment. ਕਿ ਬਈ ਕਮਿਟਮੈਂਟ ਨਹੀਂ ਹੈਗੀ ਤਾਂ. Arguing too much. ਬਹੁਤ ਜ਼ਿਆਦਾ ਵਾਰਤਾਲਾਪ ਇੱਕ ਦੂਜੇ ਨਾਲ ਕਰਨਾ. Adultery. ਵਿਅਭਿਚਾਰ. Married too young. ਬਹੁਤ ਜਵਾਨੀ 'ਚ ਸ਼ਾਦੀ ਹੋ ਗਈ. Lack of equality in marriage. ਸ਼ਾਦੀ ਦੇ ਅੰਦਰ ਜਿਹੜਾ ਹੈਗਾ ਬਰਾਬਰੀ ਨਹੀਂ. Abuse. ਔਰ ਮਾਰ-ਧਾੜ. Guess which was the number one reason for divorce? ਸੋਚੋ ਕਿਹੜੀ ਚੀਜ਼ ਪਹਿਲੇ ਸਭ ਤੋਂ ਉੱਪਰ ਹੈਗੀ ਸੀ ਡਿਵੋਰਸ? Think about it. ਸੋਚੋ. The number one reason for divorce in the world today is lack of commitment. ਸਭ ਤੋਂ ਉੱਪਰ ਚੀਜ਼ ਜਿਹੜੀ ਹੈਗੀ ਹੈ ਉਹ ਹੈਗੀ ਹੈ ਕਿ ਇੱਕ ਦੂਜੇ ਦੇ ਨਾਲ ਜਿਹੜਾ ਕਮਿਟਡ ਨਹੀਂ ਹੈਗੇ ਲੋਕੀ. And what is the last one which is the reason for divorce? ਸਭ ਤੋਂ ਘੱਟ ਜਿਹੜਾ ਹੈਗਾ ਕੀ ਹੈਗਾ ਉਹਦਾ ਰੀਜ਼ਨ? Number 8 is abuse. 8ਵੇਂ ਨੰਬਰ ਦੇ ਉੱਤੇ ਹੈਗਾ ਕਿ ਮਾਰ-ਧਾੜ. Adultery is around number 3. ਤੀਜਵੇਂ ਨੰਬਰ ਤੇ ਹੈਗੀ ਹੈ ਵਿਭਿਚਾਰ. The biggest reason for divorce is lack of commitment. ਸਭ ਤੋਂ ਵੱਡਾ ਜਿਹੜਾ ਰੀਜ਼ਨ ਹੈਗਾ ਹੈ ਕਿ ਵੀ ਤਲਾਕ ਕਿਉਂ ਹੁੰਦੇ ਹੈਗੇ ਇਹ ਹੈ ਕਿ ਕਮਿਟਮੈਂਟ ਨਹੀਂ ਹੈਗੀ. The media, the culture, everything makes the violence look as the biggest reason for divorce. ਅੱਜ ਕੱਲ੍ਹ ਜਿਹੜਾ ਹੈਗਾ ਸਾਰਾ ਮੀਡੀਆ ਦੇ ਅੰਦਰ ਇਹੀ ਦਿਖਾਉਂਦੇ ਹੈਗੇ ਕਿ ਹਾਂ ਵੀ ਜਿਹੜਾ ਮਾਰ-ਧਾੜ ਕਰਦੇ ਹੈਗੇ ਨੇ ਮਰਦ ਲੋਕ ਜਿਹੜੇ ਹੈਗੇ ਆਪਣੀ ਔਰਤਾਂ ਨੂੰ ਉਹੀ ਸਭ ਤੋਂ ਵੱਡਾ ਕਾਰਨ ਹੈ. The Bible talks a lot about divorce. ਬਾਈਬਲ ਦੇ ਅੰਦਰ ਜਿਹੜਾ ਹੈ ਤਲਾਕ ਦੇ ਬਾਰੇ ਬੜਾ ਕੁਝ ਕਿਹਾ ਗਿਆ.
You know, I want you all to have a clear picture of what God's view of marriage and divorce is. ਮੈਂ ਚਾਹੁੰਦਾ ਹਾਂ ਕਿ ਤੁਸੀਂ ਜਿਹੜਾ ਹੈਗਾ ਧਿਆਨ ਨਾਲ ਸਮਝੋ ਕਿ ਪਰਮੇਸ਼ਵਰ ਜਿਹੜਾ ਹੈਗਾ ਕਿਸ ਤਰ੍ਹਾਂ ਇਹਨਾਂ ਨੂੰ ਦੇਖਦੇ ਹੈਗੇ. I am not criticizing people. Oh, there's no cell phone here. Okay. I'm not going to criticize people who are divorced. This is not for that reason. ਮੈਂ ਤਲਾਕ ਜਿਹੜਾ ਜਿਨ੍ਹਾਂ ਨੇ ਲਿੱਤਾ ਹੈਗਾ ਮੈਂ ਉਹਨਾਂ ਦੀ ਜਿਹੜੀ ਨਿੰਦਾ ਨਹੀਂ ਕਰ ਰਿਹਾ ਹੈਗਾ. As always, I only give you the scripture view. ਮੈਂ ਹਮੇਸ਼ਾ ਦੀ ਤਰ੍ਹਾਂ ਪਰਮੇਸ਼ਵਰ ਦੇ ਵਚਨ ਤੋਂ ਦਿਖਾਣਾ ਚਾਹੁੰਦਾ ਕੀ ਲਿਖਿਆ ਹੈ. You see, Malachi 2:14 to 16. ਮਲਾਕੀ 2:14 ਤੋਂ 16 ਚ ਲਿਖਿਆ ਹੈ. It says, Yet ye say, wherefore, because God has been witness between thee and the wife of thy youth, against whom thou hast dealt treacherously. Yet is she thy companion and the wife of thy covenant. And did he not make one? Yet he had the residue of the Spirit, and wherefore one, that he might seek a godly seed. Therefore take heed to your spirit, and let none deal treacherously against the wife of his youth. For the Lord, the God of Israel, saith that he hateth putting away, for one covereth violence with his garment, saith the Lord of hosts. Therefore take heed to your spirit, that he deal not treacherously. इसलिए क्योंकि यहोवा तेरे और तेरी उस जवानी की संगनी और ब्याई हुई स्त्री के बीच साक्षी हुआ था, जिसका तूने विश्वासघात किया. क्या उसने एक ही को नहीं बनाया, जबकि और आत्माएं उसके पास थीं? और एक ही को क्यों बनाया? इसलिए कि वह परमेश्वर के योग्य संतान चाहता है. इसलिए तुम अपनी आत्मा के विषय में चौकस रहो, और तुम में से कोई अपनी जवानी की स्त्री से विश्वासघात ना करे, क्योंकि इज़राइल का परमेश्वर यहोवा यह कहता है कि मैं स्त्री त्याग से घृणा करता हूँ, और उससे भी जो अपने वस्त्र को उपद्रव से ढांपता है. इसलिए तुम अपनी आत्मा के विषय में चौकस रहो और विश्वासघात मत करो. सेनाओं का यहोवा का यही वचन है. 16th verse, he says, God hateth putting away. 16वें वर्ष लिखा है कि परमेश्वर ने तलाक नाल जिहड़ा है घृणा कीती. This is applicable to both men and women. ਇਹ ਜਿਹੜੀ ਚੀਜ਼ ਹੈ ਆਦਮੀ ਔਰ ਔਰਤ ਦੋਨਾਂ ਤੇ ਲਾਗੂ ਹੁੰਦੀ ਹੈ. We read in Mark 10:2, the Pharisees came to tempt Lord Jesus with a divorce related question. ਮਾਰਕਸ 10:2 ਦੇ ਅੰਦਰ ਜਿਹੜਾ ਹੈਗਾ ਇੱਕ ਸਵਾਲ ਜਿਹੜਾ ਹੈਗਾ ਫਰੀਸੀਆਂ ਨੇ ਉਠਾਇਆ ਪ੍ਰਭੂ ਯਿਸੂ ਨੂੰ ਫਾਸਣ ਵਾਸਤੇ. Divorce was a common problem in those times. ਉਸ ਸਮੇਂ ਦੇ ਅੰਦਰ ਤਲਾਕ ਜਿਹੜਾ ਹੈਗਾ ਆਮ ਹੁੰਦਾ ਸੀ. The temptation was to make Lord Jesus unpopular with his answers. ਇਹ ਉਹਨਾਂ ਦਾ ਮੁੱਦਾ ਇਹ ਹੈਗਾ ਸੀ ਕਿ ਕਿਸੇ ਤਰ੍ਹਾਂ ਪਰਮੇਸ਼ਵਰ ਪ੍ਰਭੂ ਯਿਸੂ ਨੂੰ ਜਿਹੜਾ ਹੈਗਾ ਉਹਨਾਂ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਬੁਰਾ ਦਿਖਾਣ. If he took a hard stand, then people would be against him. ਜੇ ਪ੍ਰਭੂ ਯਿਸੂ ਨੇ ਕਿਹਾ ਕਿ ਨਹੀਂ ਜੀ ਨਹੀਂ ਬਿਲਕੁਲ ਨਹੀਂ ਹੋਣਾ ਚਾਹੀਦਾ ਤਲਾਕ, ਤੇ ਲੋਕੀ ਜਿਹੜੇ ਉਹਨਾਂ ਦੇ ਵਿਰੁੱਧ ਹੋ ਜਾਂਦੇ. Is it lawful for a man to put away his wife? ਕਿ ਵਿਵਸਥਾ ਦੇ ਅਨੁਸਾਰ ਜਿਹੜਾ ਹੈਗਾ ਇਹ ਸਹੀ ਹੈਗਾ ਕਿ ਤੁਸੀਂ ਜਿਹੜਾ ਹੈਗਾ ਤਲਾਕ ਦੇ ਦਿਓ ਆਪਣੀ ਪਤਨੀ ਨੂੰ. Then Lord asked them a question. What did Moses command you? ਤੇ ਪ੍ਰਭੂ ਯਿਸੂ ਨੇ ਉਹਨਾਂ ਨੂੰ ਪੁੱਛਿਆ ਕਿ ਮੂਸਾ ਨੇ ਕੀ ਤੁਹਾਨੂੰ ਆਦੇਸ਼ ਦਿੱਤਾ ਸੀ. They said, they quoted a verse which we will see, but they quoted only part of it, and they said you can give the writing and put her away. ਉਹਨਾਂ ਨੇ ਇੱਕ ਵਚਨ ਦਿਖਾਇਆ ਜਿਹੜਾ ਅੱਧਾ ਉਹਨਾਂ ਨੇ ਦੱਸਿਆ ਕਿ ਵੀ ਹਾਂ ਵੀ ਤੁਸੀਂ ਇੱਕ ਕਾਗਜ਼ ਉੱਤੇ ਲਿਖ ਕੇ ਜਿਹੜਾ ਹੈਗਾ ਤਲਾਕ ਦੇ ਸਕਦੇ ਹੋ. But you see, God's mind can only be revealed by God, and this is what Lord Jesus reveals. ਪਰਮੇਸ਼ਵਰ ਦਾ ਦਿਮਾਗ ਜਿਹੜਾ ਹੈਗਾ ਸਿਰਫ ਪਰਮੇਸ਼ਵਰ ਪ੍ਰਕਾਸ਼ਿਤ ਕਰਦੇ ਹੈਗੇ, ਔਰ ਇਹ ਪ੍ਰਭੂ ਯਿਸੂ ਨੇ ਦੱਸਿਆ. He said it's because of your hardness of your heart you can put her away. ਉਹਨਾਂ ਨੇ ਕਿਹਾ ਕਿ ਵੀ ਤੁਸੀਂ ਆਪਣੀ ਦਿਲ ਦੀ ਕਠੋਰਤਾ ਦੇ ਕਾਰਨ ਜਿਹੜਾ ਹੈਗਾ ਤੁਸੀਂ ਉਹਨੂੰ ਤਲਾਕ ਦੇ ਸਕਦੇ ਹੋ. But the original plan was for one man and one woman. ਲੇਕਿਨ ਸ਼ੁਰੂਆਤ ਤੋਂ ਜਿਹੜਾ ਹੈਗਾ ਇਹੀ ਯੋਜਨਾ ਹੈਗੀ ਸੀ ਪਰਮੇਸ਼ਵਰ ਦੀ ਕਿ ਇੱਕ ਆਦਮੀ ਔਰ ਇੱਕ ਔਰਤ ਨਾਲ ਰਹਿਣ. The man will leave his father and mother and cleave to his wife. ਆਦਮੀ ਜਿਹੜਾ ਹੈਗਾ ਆਪਣੇ ਮਾਤਾ ਪਿਤਾ ਨੂੰ ਛੱਡੇਗਾ ਔਰ ਆਪਣੀ ਪਤਨੀ ਦੇ ਨਾਲ ਰਹੇਗਾ. What it means is the husband and wife have to start an independent family. It doesn't mean you have to neglect your parents. That's not the meaning of it. ਇਹਦਾ ਅਰਥ ਇਹ ਹੈਗਾ ਕਿ ਇੱਕ ਆਦਮੀ ਔਰਤ ਇਕੱਠੇ ਹੋ ਕੇ ਜਿਹੜਾ ਹੈਗਾ ਇੱਕ ਆਪਣਾ ਪਰਿਵਾਰ ਅਲੱਗ ਬਣਾਉਣਗੇ. ਇਹਦਾ ਮਤਲਬ ਇਹ ਨਹੀਂ ਕਿ ਮਾਤਾ ਪਿਤਾ ਨੂੰ ਛੱਡ ਦਿਓ. Marriage is a spiritual thing. ਸ਼ਾਦੀ ਜਿਹੜੀ ਹੈਗੀ ਇਹ ਇੱਕ ਰੂਹਾਨੀ ਮਿਸ਼ਰਣ ਹੈਗਾ. Union between man and women is a spiritual thing. ਇਹ ਆਦਮੀ ਔਰ ਔਰਤ ਦਾ ਮਿਸ਼ਰਣ ਜਿਹੜਾ ਹੈਗਾ ਇੱਕ ਰੂਹਾਨੀ ਚੀਜ਼ ਹੈਗੀ ਹੈ. That's why these days cohabiting is against the word of God. ਤਾਂ ਹੀ ਜਿਹੜਾ ਹੈਗਾ ਜਿਹੜੇ ਲੋਕੀ ਸ਼ਾਦੀ ਤੋਂ ਪਹਿਲਾਂ ਇਕੱਠੇ ਰਹਿੰਦੇ ਹੈਗੇ ਇਹ ਪਰਮੇਸ਼ਵਰ ਦੇ ਵਚਨ ਦੇ ਵਿਰੁੱਧ ਹੈ. Sex before marriage is against the word of God. ਸੈਕਸ ਜਿਹੜਾ ਹੈਗਾ ਉਹ ਵੀ ਪਰਮੇਸ਼ਵਰ ਦੇ ਵਚਨ ਦੇ ਵਿਰੁੱਧ ਹੈਗਾ ਸ਼ਾਦੀ ਤੋਂ ਪਹਿਲਾਂ. Sex
justifies and seals marriage. ਸੈਕਸ ਜਿਹੜਾ ਹੈਗਾ ਇਹ ਕਹਿ ਦਿੰਦਾ ਹੈ ਹਾਂ ਵੀ ਤੁਸੀਂ ਕਰ ਲਿੱਤਾ ਹੈਗਾ ਤੇ ਚਲੋ ਸ਼ਾਦੀ ਵੀ ਕਰ ਲਓ. The marriage is blessed with sex. ਸ਼ਾਦੀ ਜਿਹੜੀ ਹੈਗੀ ਆਸ਼ੀਸ਼ਿਤ ਹੁੰਦੀ ਹੈਗੀ ਇਹਦੇ ਨਾਲ. When it happens out of marriage, it is destruction and it's against the word of God. ਜਦੋਂ ਸ਼ਾਦੀ ਤੋਂ ਬਾਹਰ ਹੁੰਦੀ ਹੈਗੀ ਹੈ ਤੇ ਇਹ ਜਿਹੜਾ ਹੈਗਾ ਨਸ਼ਟ ਕਰ ਦਿੰਦੀ ਹੈਗੀ ਔਰ ਪਰਮੇਸ਼ਵਰ ਦੇ ਵਚਨ ਤੋਂ ਅਲੱਗ ਹੈਗੇ ਆ. Every marriage God blesses. ਹਰ ਜਿਹੜੀ ਹੈਗੀ ਹੈ ਸ਼ਾਦੀ ਨੂੰ ਪਰਮੇਸ਼ਵਰ ਆਸ਼ੀਸ਼ਿਤ ਕਰਦੇ ਹੈਗੇ. And no one, man or woman, anybody cannot break the marriage. ਔਰ ਕੋਈ ਵੀ ਆਦਮੀ ਜਾਂ ਔਰਤ ਜਿਹੜਾ ਹੈਗਾ ਸ਼ਾਦੀ ਨੂੰ ਤੋੜ ਨਹੀਂ ਸਕਦੇ. Because it is registered with God and God is the third person in this contract of marriage. ਕਿਉਂਕਿ ਪਰਮੇਸ਼ਵਰ ਦੇ ਨਾਲ ਜਿਹੜਾ ਹੈਗਾ ਰਜਿਸਟਰ ਹੋਈ ਹੁੰਦੀ ਹੈਗੀ ਹੈ ਔਰ ਸ਼ਾਦੀ ਦੇ ਅੰਦਰ ਆਦਮੀ ਔਰਤ ਦੇ ਵਿੱਚ ਜਿਹੜਾ ਪਰਮੇਸ਼ਵਰ ਹੁੰਦੇ ਨਾਲ. You know, the disciples did not fully understand it. ਪ੍ਰਭੂ ਯਿਸੂ ਦੇ ਸ਼ਾਗਿਰਦਾਂ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਆਇਆ. So in verse 3 and in 11 and 12 verse, ਤੇ 11ਵੇਂ 12ਵੇਂ ਵਰਸ ਦੇ ਅੰਦਰ ਜਿਹੜਾ ਹੈਗਾ they asked him again. ਉਹਨਾਂ ਨੇ ਦੁਬਾਰਾ ਪੁੱਛਿਆ. Then what did Lord Jesus say? ਤੇ ਪ੍ਰਭੂ ਯਿਸੂ ਨੇ ਕੀ ਕਿਹਾ? He says in marriage, one man puts away his wife and marries another, he commits adultery. ਕਿ ਜੇ ਇੱਕ ਆਦਮੀ ਜਿਹੜਾ ਹੈਗਾ ਤਿਆਗ ਦੇ ਦਿੰਦਾ ਹੈ, ਤਲਾਕ ਦੇ ਦਿੰਦਾ ਆਪਣੀ ਔਰਤ ਨੂੰ ਜਿਹੜਾ ਹੈਗਾ ਪਤਨੀ ਨੂੰ, ਔਰ ਪਤਨੀ ਜਾ ਕੇ ਕਿਸੇ ਹੋਰ ਨਾਲ ਵਿਆਹ ਕਰਦੀ ਹੈਗੀ ਤੇ ਉਹ ਵਿਅਭਿਚਾਰ ਮੰਨਿਆ ਜਾਏਗਾ. And a woman puts away a man and marries another, commits adultery. ਕਿ ਕੋਈ ਪਤਨੀ ਵੀ ਜਿਹੜੀ ਹੈਗੀ ਆਪਣੇ ਤਲਾਕ ਦੇ ਦਿੰਦੀ ਹੈ ਪਤੀ ਨੂੰ ਤੇ ਉਹਦੇ ਬਾਅਦ ਵਿਆਹ ਕਰਦੀ ਹੈ ਤੇ ਉਹ ਵੀ ਵਿਅਭਿਚਾਰ ਹੋਏਗਾ. Another view of it in Luke 16:18, it also is the same thing but no conditions. ਲੂਕਾ 16:18 ਦੇ ਅੰਦਰ ਵੀ ਇਹੀ ਚੀਜ਼ ਕਹੀ ਗਈ ਹੈਗੀ ਹੈ. So fundamentally Lord Jesus is saying if you divorce, you either remarry, you reunite with your wife or husband or stay single. ਤੇ ਇਹਦੀ ਨੀਂਹ ਇਹ ਹੈਗੀ ਹੈ ਕਿ ਹਾਂ ਵੀ ਜੇ ਤੁਸੀਂ ਤਲਾਕ ਦਿੰਦੇ ਹੋ ਤੇ ਜਾਂ ਤੇ ਇਕੱਲੇ ਰਹੋ ਜਾਂ ਫਿਰ ਆਪਣੇ ਹੀ ਪਤੀ ਦੇ ਨਾਲ ਜਿਹੜਾ ਹੈਗਾ ਦੁਬਾਰਾ ਸ਼ਾਦੀ ਕਰੋ. Anything else is adultery. ਕੋਈ ਵੀ ਹੋਰ ਚੀਜ਼ ਕਰੋਗੇ ਤੇ ਉਹ ਵਿਅਭਿਚਾਰ ਹੈਗੀ ਹੈ. Now you know there is a clause which Lord Jesus once he said that if you commit adultery you can divorce. ਵਚਨ ਦੇ ਅੰਦਰ ਇੱਕ ਚੀਜ਼ ਲਿਖੀ ਹੈਗੀ ਕਿ ਕਿਸੇ ਨੇ ਜੇ ਵਿਅਭਿਚਾਰ ਕੀਤਾ ਹੈਗਾ ਤਾਂ ਤੁਸੀਂ ਜਿਹੜਾ ਹੈਗਾ ਤਲਾਕ ਲੈ ਸਕਦੇ ਹੋ. But I am going to show you from scripture that thinking is unscriptural. ਕਿ ਮੈਂ ਦਿਖਾਵਾਂਗਾ ਵਚਨ ਤੋਂ ਕਿ ਵੀ ਉਹ ਚੀਜ਼ ਜਿਹੜੀ ਹੈਗੀ ਹੈ ਵਚਨ ਤੇ ਆਧਾਰ ਨਹੀਂ ਹੈਗੀ. I am going to teach you about this adultery clause. ਮੈਂ ਜਿਹੜਾ ਹੈਗਾ ਇਹ ਵਿਅਭਿਚਾਰ ਦਾ ਜਿਹੜਾ ਵਚਨ ਹੈਗਾ ਉਹਦੇ ਬਾਰੇ ਦੱਸਾਂਗਾ. It is not what we have been led to think. ਇਹ ਸਾਨੂੰ ਜੋ ਸਮਝਾਇਆ ਗਿਆ ਹੈਗਾ ਉਹ ਚੀਜ਼ ਨਹੀਂ ਹੈਗੀ ਹੈ. I wish we followed the scripture. There would not be so many divorces as we see today in the church and outside the church. ਜੇ ਅਸੀਂ ਵਚਨ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਾਂਗੇ ਤੇ ਤਲਾਕ ਜਿਹੜਾ ਹੈਗਾ ਨਾ ਕਲੀਸਿਆ 'ਚ ਹੋਏਗਾ ਨਾ ਬਾਹਰ. As you see, most of the divorces is because there is no commitment. ਕਿਉਂਕਿ ਜ਼ਿਆਦਾਤਰ ਜਿਹੜਾ ਹੈਗਾ ਤਲਾਕ ਹੁੰਦੇ ਨੇ ਤਾਂ ਹੁੰਦੇ ਕਿਉਂਕਿ ਕਮਿਟਮੈਂਟ ਨਹੀਂ ਹੁੰਦੀ. Mostly what I have seen is unforgiveness suppresses love, suppresses commitment, and it starts to rot the marriage. ਜਿਹੜੀ ਚੀਜ਼ ਮੈਂ ਦੇਖੀ ਹੈ ਕਿ ਦਿਲ ਦੇ ਅੰਦਰ ਜਿਹੜਾ ਹੈਗਾ ਮਾਫੀ ਨਾ ਕਰਨ ਦੀ ਭਾਵਨਾ ਜਿਹੜੀ ਹੁੰਦੀ ਹੈਗੀ ਹੈ ਉਹਦੇ ਨਾਲ ਜਿਹੜਾ ਹੈਗਾ ਸ਼ਾਦੀ ਜਿਹੜੀ ਹੈਗੀ ਖਰਾਬ ਹੋ ਜਾਂਦੀ ਹੈ. And it leads to, because I am not happy with my spouse, so I will find another one and get married so that I can do it better. ਕਿਉਂ ਸੋਚਦੇ ਕਿ ਹਾਂ ਵੀ ਮੈਂ ਆਪਣੇ ਪਤੀ ਜਾਂ ਪਤਨੀ ਦੇ ਨਾਲ ਖੁਸ਼ ਨਹੀਂ ਹੈਗਾ ਤੇ ਮੈਂ ਕਿਸੇ ਹੋਰ ਨੂੰ ਲੱਭਣਾ ਹੈਗਾ ਤਾਂ ਫਿਰ ਮੈਂ ਖੁਸ਼ ਹੋ ਜਾਵਾਂਗਾ. Before only men used to drive. When Henry Ford created his automobile, he said it's good for both man and women these days. ਪਹਿਲਾਂ ਜਿਹੜਾ ਹੈਗਾ ਸਿਰਫ ਆਦਮੀ ਲੋਕ ਜਿਹੜਾ ਗੱਡੀ ਚਲਾਉਂਦੇ ਹੁੰਦੇ ਸੀ. ਜਦੋਂ ਹੈਨਰੀ ਫੋਰਡ ਨੇ ਗੱਡੀ ਬਣਾਈ ਤੇ ਉਹਨੇ ਕਿਹਾ ਕਿ ਹਾਂ ਵੀ ਅੱਜ ਕੱਲ੍ਹ ਜਿਹੜਾ ਹੈਗਾ ਆਦਮੀ ਔਰ ਔਰਤ ਕੋਈ ਵੀ ਚਲਾ ਸਕਦਾ ਹੈ. Man, not man alone who is unfaithful. These days women also are. ਇਸ ਵੇਲੇ ਜਿਹੜਾ ਹੈਗਾ ਕਿ ਸਿਰਫ ਆਦਮੀ ਲੋਕ ਹੀ ਨਹੀਂ ਹੈਗੇ ਜਿਹੜਾ ਵਿਅਭਿਚਾਰ ਕਰਦੇ ਹੈਗੇ, ਔਰਤਾਂ ਵੀ ਕਰਦੀਆਂ. But there is no escape clause in marriage. ਲੇਕਿਨ ਸ਼ਾਦੀ ਦੇ ਅੰਦਰ ਜਿਹੜਾ ਹੈਗਾ ਤੁਸੀਂ ਉਤੋਂ ਤਲਾਕ ਲੈਣ ਦਾ ਕੋਈ ਵੀ ਜਿਹੜਾ ਹੈਗਾ ਉਹ ਨਹੀਂ ਹੈਗਾ. Lord Jesus said, ਪ੍ਰਭੂ ਯਿਸੂ ਨੇ ਕਿਹਾ Matthew 5:31-32, ਮਤੀ 5:31-32, it has been said, whosoever shall put away his wife, let him give her a writing of divorcement. But I say unto you that whosoever shall put away his wife, saving for the case of fornication, causeth her to commit adultery, and whosoever shall marry her that is divorced committeth adultery. यह भी कहा गया है कि जो कोई अपनी पत्नी को त्याग दे तो वह उसे त्याग पत्र दे, परंतु मैं तुमसे यह कहता हूँ कि जो कोई अपनी पत्नी को व्यभिचार के सिवा किसी और कारण से छोड़ दे तो वह उससे व्यभिचार करवाता है, और जो कोई उस त्यागी हुई से ब्याह करे वह व्यभिचार करता है. Matthew 10, Luke 16, there were no conditions.
ਮਤੀ 10 ਔਰ ਲੂਕਾ 16 ਦੇ ਅੰਦਰ ਜਿਹੜਾ ਹੈਗਾ ਕੋਈ ਕੰਡੀਸ਼ਨ ਨਹੀਂ ਹੈਗੀਆਂ ਸਨ। How come in Matthew 5:31 there is a condition? ਇਹ ਕਿਸ ਤਰ੍ਹਾਂ ਹੈ ਕਿ ਮਤੀ 5 ਦੇ ਅੰਦਰ ਜਿਹੜਾ ਹੈਗਾ ਕੰਡੀਸ਼ਨ ਹੈਗੀਆਂ Condition of fornication. ਕਿ ਵਈ ਵਿਅਭਿਚਾਰ ਦੀਆਂ। Is it possible that the Lord Jesus removed it from Matthew 5 to Luke 10 or Luke 16? ਕਿ ਇਹ ਹੈਗਾ ਕਿ ਮਤੀ 5 ਤੋਂ ਜਿਹੜਾ ਹੈਗਾ ਲੂਕਾ 16 ਤੋਂ ਜਾਂਦੇ ਹੋਏ ਜਿਹੜਾ ਹੈਗਾ ਇਹ ਕੰਡੀਸ਼ਨ ਹਟਾਤੀ ਗਈ। Many people have now understood it like, oh, adultery means possible for divorce. ਕਿ ਲੋਕੀ ਇਹ ਸਮਝਦੇ ਹੈਗੇ ਕਿ ਹਾਂ ਵੀ ਜੇ ਵਿਅਭਿਚਾਰ ਕੀਤਾ ਕਿਸੇ ਨੇ ਤਾਂ ਦੂਜਾ ਬੰਦਾ ਜਿਹੜਾ ਹੈਗਾ ਤਲਾਕ ਲੈ ਸਕਦਾ। You see, the newer Bibles, these translations have caused this big problem. ਜਿਹੜੇ ਨਵੀਂ ਬਾਈਬਲਾਂ ਦੇ ਅੰਦਰ ਜੋ ਅਨੁਵਾਦ ਹੋਇਆ ਹੈ ਉਹ ਥੋੜਾ ਗਲਤ ਹੋਇਆ ਜਿਹਦੇ ਕਾਰਨ ਜਿਹੜਾ ਹੈਗਾ ਲੋਕਾਂ ਨੂੰ ਗਲਤੀ ਸੋਚੀ and directly responsible for so much sin in the church. ਔਰ ਤਾਂ ਹੀ ਜਿਹੜਾ ਹੈਗਾ ਕਲੀਸਿਆ ਦੇ ਅੰਦਰ ਇੰਨਾ ਪਾਪ ਆ ਗਿਆ ਹੈਗਾ। They replaced the word fornication with adultery. ਉਹਨਾਂ ਨੇ ਜਿਹੜਾ ਹੈਗਾ ਫੋਰਨੀਕੇਸ਼ਨ ਲਫ਼ਜ਼ ਨੂੰ ਬਦਲ ਕੇ ਅਡਲਟਰੀ ਬਣਾਤਾ ਹੈਗਾ। The original word in Greek for fornication is pornio. ਜਿਹੜਾ ਯੂਨਾਨੀ ਭਾਸ਼ਾ ਦੇ ਅੰਦਰ ਫੋਰਨੀਕੇਸ਼ਨ ਲਫ਼ਜ਼ ਜਿਹੜਾ ਇਸਤੇਮਾਲ ਹੋਇਆ ਹੈ ਉਹ ਪੋਰਨੀਓ ਹੈਗਾ। And for adultery it is moikao. ਔਰ ਜਿਹੜੀ ਵਿਅਭਿਚਾਰ ਹੈ ਉਹਦੇ ਵਾਸਤੇ ਮੋਇਕੋ ਲਫ਼ਜ਼ ਇਸਤੇਮਾਲ ਹੋਇਆ ਹੈ। Different words, different meaning. ਦੋਨੋਂ ਵੱਖਰੇ ਲਫ਼ਜ਼ ਹੈਗੇ ਨੇ ਉਹਨਾਂ ਦਾ ਮਤਲਬ ਵੀ ਵੱਖਰਾ ਹੈ। It is critical to understand what the Lord is saying here. ਸਾਨੂੰ ਸਮਝਣਾ ਜ਼ਰੂਰੀ ਹੈਗਾ ਕਿ ਪਰਮੇਸ਼ਰ ਕੀ ਕਹਿੰਦੇ ਪਏ। You see in Matthew 19, 3 to 10, the Pharisees come to Lord Jesus and say, this is the third time, is it lawful for a man to put away his wife for every cause? ਮਤੀ 19 ਦੇ ਅੰਦਰ ਜਿਹੜਾ ਹੈਗਾ ਤੀਜੀ ਵਾਰ ਆ ਕੇ ਜਿਹੜਾ ਹੈਗਾ ਪ੍ਰਭੂ ਯਿਸੂ ਨੇ ਫਰੀਸੀਆਂ ਨੇ ਪੁੱਛਿਆ ਕਿ ਵੀ ਹਾਂ ਵੀ ਕਿਸੇ ਵੀ ਕਾਰਨ ਜਿਹੜਾ ਹੈਗਾ ਤੁਸੀਂ ਆਪਣੀ ਪਤਨੀ ਨਾਲ ਤਲਾਕ ਲੈ ਸਕਦੇ ਹੋ। Stay with me. There are many questions, but I'll answer all of them. So, Lord Jesus answers from Deuteronomy 24, 1 and 2. ਪ੍ਰਭੂ ਯਿਸੂ ਨੇ ਜਿਹੜਾ ਹੈਗਾ ਡਿਊਟਰੋਨੋਮੀ ਤੋਂ ਜਿਹੜਾ ਹੈਗਾ ਉੱਤਰ ਦਿੱਤਾ ਉਹਨਾਂ ਨੇ। When a man has taken a wife and married her, and it comes to pass that she finds no favor in his eyes because he has found some uncleanness in her, then let him write a bill of divorcement and give it in her hand and send her out of his house, that when she departed out of his house, she may go to be another man's wife. यदि कोई पुरुष किसी स्त्री को ब्याह ले और उसके बाद उसमें लज्जा की बात पाकर उससे अप्रसन्न हो तो वह उसके लिए त्यागपत्र लिखकर और उसके हाथ में देकर उसको अपने घर से निकाल दे, और जब वह उसके घर से निकल जाए तब दूसरे पुरुष की हो सकती है। Now it's more complicated. He's saying she can go and marry somebody. ਹੁਣ ਜਿਹੜਾ ਹੈਗਾ ਹੋਰ ਵੀ ਜ਼ਿਆਦਾ ਮੁਸ਼ਕਿਲ ਹੋ ਗਿਆ ਹੈਗਾ ਸਮਝਣਾ, ਕਿਉਂਕਿ ਜਾ ਕੇ ਕਿਸੇ ਹੋਰ ਨਾਲ ਵਿਆਹ ਕਰ ਸਕਦੀ ਹੈ ਉਹ। Something is missing somewhere. ਕਿੱਥੇ ਕੋਈ ਚੀਜ਼ ਜਿਹੜੀ ਹੈਗੀ ਗਵਾਚੀ ਹੈਗੀ। The key word is uncleanness. ਇਹਦੇ ਅੰਦਰ ਸਭ ਤੋਂ ਵੱਡੀ ਚੀਜ਼ ਜਿਹੜੀ ਹੈਗੀ ਹੈ ਕਿ ਵੀ ਅਸ਼ੁੱਧਤਾ। When a man is about to marry a woman and he finds uncleanness, he can put her away. ਕਿ ਜਦੋਂ ਕੋਈ ਆਦਮੀ ਜਿਹੜਾ ਹੈਗਾ ਔਰਤ ਦੇ ਨਾਲ ਵਿਆਹ ਕਰਨ ਲੱਗਦਾ ਹੈਗਾ ਔਰ ਕੋਈ ਅਸ਼ੁੱਧਤਾ ਪਾਉਂਦਾ ਹੈਗਾ ਉਹਦੇ ਅੰਦਰ ਤੇ ਉਹਨੂੰ ਤਿਆਗ ਸਕਦਾ ਹੈਗਾ। You must understand what the scripture is, the context of this verse. ਤੁਹਾਨੂੰ ਸਮਝਣਾ ਇਹ ਜ਼ਰੂਰੀ ਹੈਗਾ ਕਿ ਕਿਸ ਸੰਦਰਭ ਵਿੱਚ ਇਹ ਗੱਲ ਕਹੀ ਗਈ ਹੈਗੀ ਹੈ। In the Jewish culture, if a man and women are engaged, it is almost, or to all practical purposes, they are married, and only way it can break is divorce. ਜਦੋਂ ਕੋਈ ਕਿਸੇ ਆਦਮੀ ਜਾਂ ਔਰਤ ਦਾ ਜਿਹੜਾ ਹੈਗਾ ਇੰਗੇਜਮੈਂਟ ਹੋਈ ਹੁੰਦੀ ਹੈਗੀ ਹੈ ਤਾਂ ਸਿਰਫ ਇੱਕੋ ਕਾਰਨ ਜਿਹੜਾ ਹੈਗਾ ਉਹ ਅਲੱਗ ਹੋ ਸਕਦੇ ਜੇ ਤਲਾਕ ਹੋ ਜਾਵੇ। How do we know this? ਕਿਸ ਤਰ੍ਹਾਂ ਜਾਣਦੇ ਹਾਂ ਅਸੀਂ? When Mary was carrying the child through divine interference, Joseph purposed in his mind, the Bible said, to put away his wife, divorce his wife. ਜਦੋਂ ਮੈਰੀ ਜਿਹੜੀ ਗਰਭਵਤੀ ਹੋਈ ਸੀ ਪਵਿੱਤਰ ਆਤਮਾ ਦੇ ਦੁਆਰਾ ਤੇ ਉਸ ਵੇਲੇ ਜੋਸਫ ਜਿਹੜਾ ਹੈਗਾ ਉਹਨੇ ਸੋਚਿਆ ਸੀ ਕਿ ਮੈਂ ਤਲਾਕ ਦੇ ਦਿਆਂਗਾ ਇਹਨੂੰ। So the way it works in the Jewish culture is like this. ਤੇ ਯਹੂਦੀ ਜਿਹੜਾ ਹੈਗਾ ਕਲਚਰ ਦੇ ਅੰਦਰ ਇਸ ਤਰ੍ਹਾਂ ਹੀ ਹੁੰਦਾ ਸੀ। 14-15 years old, boy and a girl are engaged. ਕਿ 14-15 ਸਾਲ ਦੀ ਉਮਰ ਜਿਹੜਾ ਹੈਗਾ ਇੱਕ ਲੜਕੀ ਨੂੰ ਜਿਹੜਾ ਹੈਗਾ engage ਕਰ ਦਿੰਦੇ ਸੀ। Then the boy starts to learn a trade and earns enough money to keep his wife happy. ਫਿਰ ਜਿਹੜਾ ਹੈਗਾ ਲੜਕਾ ਕੋਈ ਕੰਮ ਸਿੱਖਦਾ ਹੈਗਾ ਸੀ ਤਾਂ ਕਿ ਆਪਣੀ ਪਤਨੀ ਨੂੰ ਜਿਹੜਾ ਖੁਸ਼ ਰੱਖ ਸਕੇ। When the father-in-law decides, oh, the son-in-law has done enough and is worthy of the marriage, he decides on the marriage. ਤੇ ਜਦੋਂ ਲੜਕੀ ਦੇ ਪਿਤਾ ਜਿਹੜਾ ਹੈਗਾ ਦੇਖਦਾ ਹੈ ਕਿ ਹਾਂ ਵੀ ਲੜਕਾ ਜਿਹੜਾ ਹੈਗਾ ਉਹ ਹੁਣ ਸਿਆਣਾ ਹੋ ਗਿਆ ਹੈਗਾ ਤੇ ਕਮਾ ਸਕਦਾ ਹੈਗਾ ਤਾਂ ਉਸ ਵੇਲੇ ਉਹ ਕਹਿੰਦਾ ਚਲੋ ਹੁਣ ਵਿਆਹ ਕਰ ਦਿੰਦੇ ਹਾਂ। But from the time of engagement till the celebration of the wedding, they are practically
engaged and it is determined it is like a marriage. ਤੇ ਮੰਗਣੀ ਤੋਂ ਲੈ ਕੇ ਵਿਆਹ ਤੱਕ ਜਿਹੜਾ ਹੈਗਾ ਇਸ ਤਰ੍ਹਾਂ ਮੰਨਿਆ ਜਾਂਦਾ ਹੈਗਾ ਕਿ ਹਾਂ ਵੀ ਉਹ ਵਿਆਹੇ ਨੇ ਭਾਵੇਂ ਆਪਣੇ ਮਾਤਾ ਪਿਤਾ ਦੇ ਘਰ ਰਹਿੰਦੇ ਪਏ. So what is uncleanness? ਤੇ ਅਸ਼ੁੱਧਤਾ ਕੀ ਚੀਜ਼ ਹੋਈ? Uncleanness is something which is dirty, filthy or detestable before God. ਕਿ ਵੀ ਇਹ ਅਸ਼ੁੱਧਤਾ ਹੈਗੀ ਹੈ ਜੋ ਪਰਮੇਸ਼ਵਰ ਦੀ ਅੱਖਾਂ ਦੇ ਅੰਦਰ ਹੈਗੀ ਹੈ. The Bible has many definitions for uncleanness. ਬਾਈਬਲ ਦੇ ਅੰਦਰ ਬੜੀਆਂ ਪਰਿਭਾਸ਼ਾ ਹੈਗੀਆਂ ਕਿ ਅਸ਼ੁੱਧਤਾ ਕਿਹਨੂੰ ਮੰਨਿਆ ਗਿਆ ਹੈ. Even touching a dead body makes you unclean. ਇੱਕ ਕੋਈ ਮ੍ਰਿਤ ਸਰੀਰ ਨੂੰ ਜਿਹੜਾ ਹੱਥ ਲਾ ਲਓ ਤਾਂ ਵੀ ਤੁਸੀਂ ਅਸ਼ੁੱਧ ਹੋ ਜਾਓ. So here whatever the uncleanness can be, the man divorces his engagement so that she can go and get married because the marriage has not been consummated. ਇਹ ਸੰਦਰਭ ਦੇ ਅੰਦਰ ਜਿਹੜੀ ਗੱਲ ਕਹੀ ਗਈ ਹੈ ਇਹ ਹੈਗੀ ਹੈ ਕਿ ਹਾਂ ਵੀ ਜੇ ਕੋਈ ਅਸ਼ੁੱਧਤਾ ਪਾਉਂਦਾ ਹੈਗਾ ਤੇ ਤਲਾਕ ਕਰ ਦੇਵੇ ਕਿਉਂਕਿ ਦੋਨੋਂ ਇਕੱਠੇ ਨਹੀਂ ਹੋਏ ਹੈਗੇ ਤੇ ਉਹ ਜਾ ਕੇ ਵਿਆਹ ਕਰ ਸਕਦੀ ਹੈ. Abuse, then abandonment, all these falls under the same category. ਵੀ ਕਿਸੇ ਨੂੰ ਛੱਡ ਦੇਣਾ ਜਿਹੜਾ ਹੈਗਾ ਉਹ ਇਹੀ ਮੰਨੀ ਗਈ ਹੈ ਚੀਜ਼. But after the consummation of marriage, there is either separate or but live single or reunite. ਲੇਕਿਨ ਇੱਕ ਵਾਰੀ ਜਦੋਂ ਇਕੱਠੇ ਹੋ ਜਾਂਦੇ ਹੈਗੇ ਨੇ ਆਦਮੀ ਔਰਤ ਜਿਹੜਾ ਹੈਗਾ ਤੇ ਉਹਦੇ ਬਾਅਦ ਜਿਹੜਾ ਹੈਗਾ ਜਾਂ ਤੇ ਉਹ ਤਲਾਕ ਕਰਕੇ ਇਕੱਲੇ ਰਹਿਣ ਵਿਆਹ ਨਾ ਕਰਨ ਜਾਂ ਫਿਰ ਇੱਕ ਦੂਜੇ ਨਾਲ ਹੀ ਦੁਬਾਰਾ ਇਕੱਠੇ ਹੋ ਜਾਣ. God hates it because he is the party for the wedding. He is the contract party for the wedding. ਪਰਮੇਸ਼ਵਰ ਜਿਹੜਾ ਹੈਗਾ ਘ੍ਰਿਣਾ ਕਰਦੇ ਹੈਗੇ ਤਲਾਕ ਨਾਲ ਕਿਉਂਕਿ ਉਹੀ ਜਿਹੜਾ ਹੈਗਾ ਇਸ ਕੰਟਰੈਕਟ ਦੇ ਅੰਦਰ ਤੀਜੇ ਬੰਦੇ ਹੈਗੇ ਨੇ. So that is why the disciples when he said this said, oh it is better for a man not to marry. ਤਾਂ ਹੀ ਜਿਹੜਾ ਹੈਗਾ ਸ਼ਾਗਿਰਦਾਂ ਨੇ ਇਹ ਕਿਹਾ ਕਿ ਇਹ ਤੇ ਬਿਹਤਰ ਹੈਗਾ ਕਿ ਵੀ ਆਦਮੀ ਸ਼ਾਦੀ ਨਾ ਕਰੇ. It is because that is why marriage has to be the most sacred thing, the greatest thing a man or a woman can commit to. ਤਾਂ ਹੀ ਜਿਹੜਾ ਹੈਗਾ ਇੱਕ ਸ਼ਾਦੀ ਜਿਹੜੀ ਹੈਗੀ ਹੈ ਇੱਕ ਸਭ ਤੋਂ ਵੱਡੀ ਚੀਜ਼ ਹੈਗੀ ਹੈ ਜਿਹੜੀ ਰੂਹਾਨੀ ਰੂਪ ਦੇ ਅੰਦਰ ਜਿਹੜਾ ਹੈਗਾ ਆਦਮੀ ਜਾਂ ਔਰਤ ਕਰ ਸਕਦੇ ਹੈਗੇ. Because God always gets involved in it. ਕਿਉਂਕਿ ਪਰਮੇਸ਼ਰ ਉਸ ਸ਼ਾਦੀ ਦੇ ਵਿੱਚ ਹੁੰਦੇ ਹੈਗੇ ਹਮੇਸ਼ਾ. After this we'll see the 7 things that God hates. ਇਹਦੇ ਬਾਅਦ ਅਸੀਂ 7 ਚੀਜ਼ਾਂ ਦੇਖਾਂਗੇ ਜਿਹੜਾ ਪਰਮੇਸ਼ਰ ਘ੍ਰਿਣਾ ਕਰਦੇ ਹੈਗੇ. Proverbs 6:16 to 19. ਨੀਤੀ ਵਚਨ 6:16 ਤੋਂ 19. It describes 7 things. ਉੱਥੇ 7 ਚੀਜ਼ਾਂ ਦਾ ਵਰਣਨ ਹੈ. Now brother will read it. 6 वस्तुएं से यहोवा बैर रखता है वरन 7 हैं जिनसे उसे घृणा है, अर्थात घमंड से चढ़ी हुई आंखें, झूठे बोलने वाली जीभ और निर्दोष का लहू बहाने वाले हाथ, अनर्थ कल्पना गढ़ने वाला मन, बुराई करने के वेग दौड़ने वाले पाँव, झूठ बोलने वाला साक्षी और भाइयों के बीच में झगड़ा उत्पन्न करने वाला मनुष्य. Number 1, the proud look. के कमंडी लुक अखां. God hates pride in any form. परमेश्वर में ਜਿਹੜਾ ਹੈਗਾ ਕਮਾਂਡ ਨੂੰ ਕਿਸੇ ਵੀ ਰੂਪ ਦੇ ਅੰਦਰ ਜਿਹੜਾ ਹੈਗਾ ਘ੍ਰਿਣਿਤ ਕਰਦੇ ਹੈਗਾ. Our proud acts. ਕਿਸ ਤਰ੍ਹਾਂ ਜਿਹੜਾ ਹੈਗਾ ਉਹਦਾ ਚੱਲਨ ਹੈਗਾ. Our proud looks. ਕਿਸ ਤਰ੍ਹਾਂ ਦੇਖਦਾ ਹੈਗਾ ਉਹ. Our proud mindset. ਕਮੰਡੀ ਜਿਹੜਾ ਹੈਗਾ ਸੁਭਾਅ. Everything proud is an abomination to God. ਕੋਈ ਵੀ ਚੀਜ਼ ਕਮੰਡੀ ਜਿਹੜੀ ਹੈਗੀ ਹੈ ਪਰਮੇਸ਼ਵਰ ਦੀ ਅੱਖਾਂ ਦੇ ਅੰਦਰ ਘ੍ਰਿਣਿਤ ਹੈਗੀ ਹੈ. What is pride? ਅਹੰਕਾਰ ਕੀ ਹੋਇਆ? It's the dictionary says it is a state of being proud. ਡਿਕਸ਼ਨਰੀ ਦੇ ਅੰਦਰ ਇਹ ਲਿਖਿਆ ਹੈ ਕਿ ਹਾਂ ਵੀ ਤੁਸੀਂ ਕਮਾਂਡ ਦੇ ਅੰਦਰ ਹੈਗੇ ਹੋ. Proud means that you think somebody is not worthy of your communication or affection or any such thing. ਅਭਿਮਾਨ ਦਾ ਅਰਥ ਇਹ ਹੈਗਾ ਕਿ ਵੀ ਕੋਈ ਇਨਸਾਨ ਜਿਹੜਾ ਹੈਗਾ ਉਹ ਤੁਹਾਡੇ ਪਿਆਰ ਦੇ ਲਾਇਕ ਨਹੀਂ ਹੈਗਾ. If somebody offends you and you don't talk to them because of the offense, that is an expression of pride. ਜੇ ਤੁਹਾਨੂੰ ਕੋਈ ਚੀਜ਼ ਕੋਈ ਕਹਿੰਦਾ ਹੈਗਾ ਔਰ ਤੁਸੀਂ ਉਹਦਾ ਬੁਰਾ ਮੰਨ ਲੈਂਦੇ ਹੋ ਫਿਰ ਉਹਦੇ ਬਾਅਦ ਤੁਸੀਂ ਉਹਦੇ ਨਾਲ ਗੱਲ ਨਹੀਂ ਕਰਦੇ ਹੋ ਤੇ ਇਹ ਤੁਹਾਡੇ ਅਹੰਕਾਰ ਦੇ ਕਾਰਨ ਹੈ. See, God takes great effort to talk about pride in the Bible. ਪਰਮੇਸ਼ਵਰ ਨੇ ਜਿਹੜਾ ਹੈਗਾ ਬੜਾ ਜਿਹੜਾ ਹੈਗਾ ਪਰਿਸ਼ਰਮ ਕੀਤਾ ਹੈਗਾ ਹੈ ਕਿ ਕਮਾਂਡ ਦੇ ਬਾਰੇ ਚ ਬਾਈਬਲ ਚ ਦੱਸਿਆ ਜਾਏ. A proud person is unteachable. ਇੱਕ ਜਿਹੜਾ ਅਭਿਮਾਨੀ ਇਨਸਾਨ ਹੋਇਆ ਹੈਗਾ ਉਹਨੂੰ ਜਿਹੜਾ ਹੈਗਾ ਸਿੱਖਿਆ ਦੇਣੀ ਬਹੁਤ ਹੀ ਔਖੀ ਹੈ. A proud person is so filled with himself or herself that he cannot hear God. ਇੱਕ ਕਮੰਡੀ ਇਨਸਾਨ ਜਿਹੜਾ ਹੈਗਾ ਆਪਣੇ ਆਪ ਦੇ ਸੋਚਾਂ ਦੇ ਬਾਰੇ 'ਚ ਇੰਨਾ ਭਰਿਆ ਹੋਇਆ ਹੁੰਦਾ ਹੈ ਕਿ ਪਰਮੇਸ਼ਵਰ ਦੀ ਗੱਲਾਂ ਨਹੀਂ ਸਮਝ ਆਉਂਦੀਆਂ. A proud person disregards sound advice if it does not suit their purpose. ਇੱਕ ਕਮੰਡੀ ਇਨਸਾਨ ਜਿਹੜਾ ਹੈਗਾ ਜਦੋਂ ਉਹਨੂੰ ਕੋਈ ਸਮਝ ਬੂਝ ਦਿੱਤੀ ਜਾਂਦੀ ਹੈਗੀ ਹੈ ਤੇ ਜੇ ਉਹਦੇ ਆਪਣੇ ਮਨ ਦੇ ਹਿਸਾਬ ਨਾਲ ਨਹੀਂ ਹੈਗੀ ਤੇ ਨਹੀਂ ਮੰਨਦਾ. A proud person gets offended very easily.
ਇੱਕ ਘਮੰਡੀ ਇਨਸਾਨ ਜਿਹੜਾ ਹੈ ਬੜੀ ਜਲਦੀ ਬੁਰਾ ਮੰਨ ਜਾਂਦਾ ਲੋਕਾਂ ਦਾ। A proud person always justifies his or her position. ਇੱਕ ਘਮੰਡੀ ਇਨਸਾਨ ਜਿਹੜਾ ਹੈਗਾ ਉਹ ਆਪਣੇ ਚਾਲ ਚੱਲਣ ਨੂੰ ਹਮੇਸ਼ਾ ਜਿਹੜਾ ਹੈਗਾ ਜਸਟੀਫਾਈ ਕਰਦਾ ਹੈ। We can go on, but you get the picture. ਅਸੀਂ ਅੱਗੇ ਹੋਰ ਵੀ ਚੱਲ ਸਕਦੇ ਹਾਂ ਲੇਕਿਨ ਸਮਝ ਆਏਗਾ। The Bible says, Proverbs 16:18, ਨੀਤੀ ਵਚਨ 16:18 ਚ ਲਿਖਿਆ ਹੈ, pride goeth before destruction, and an haughty spirit before a fall. विनाश से पहले गर्व और ठोकर खाने से पहले घमंड होता है। God will engineer this for sure. परमेश्वर ਜਿਹੜਾ ਹੈਗਾ ਇਹ ਚੀਜ਼ਾਂ ਜ਼ਰੂਰ ਕਰਨਗੇ। You see here, Proverbs 8:13, the Bible says, ਨੀਤੀ ਵਚਨ 8:13 ਚ ਲਿਖਿਆ ਹੈਗਾ, the fear of the Lord is to hate evil, pride and arrogancy, and the evil way and the froward mouth do I hate. यहोवा का भय मानना बुराई से बैर रखना है, घमंड, अहंकार और बुरी चाल से और उलट फेर की बात से भी मैं बैर रखते हूँ। Evil, according to the Bible, is pride, arrogancy, and evil way, and a froward mouth. कि ये चीज़ ਜਿਹੜੀ ਹੈਗੀ ਬਹੁਤ ਹੀ ਪਾਪੀ ਚੀਜ਼ ਹੈਗੀ ਕਿ ਤੁਸੀਂ ਕਮੰਡ ਕਰੋ, ਅਹੰਕਾਰ ਕਰੋ। And evil way, if you can read the second part of that 8:13. बुरी चाल से या उलट फेर की बात से। Every mouth which is, sweet outside, bitter inside. हर ਜ਼ਬਾਨ ਜਿਹੜੀ ਬਾਹਰੋਂ ਜਿਹੜੀ ਹੈਗੀ ਬੜੀ ਮਿੱਠੀ ਹੈਗੀ ਹੈ ਲੇਕਿਨ ਅੰਦਰੋਂ ਕੜਵੀ। Pride is one of the top secret sins. ਅਹੰਕਾਰ ਜਿਹੜਾ ਹੈਗਾ ਇੱਕ ਸਭ ਤੋਂ ਵੱਡਾ ਗੁਪਤ ਪਾਪ ਹੈਗਾ। It hides behind like a snake. ਇੱਕ ਸੱਪ ਵਕਨ ਜਿਹੜਾ ਹੈਗਾ ਪਿੱਛੇ ਛੁਪ ਜਾਂਦਾ ਹੈਗਾ। It strikes without warning. ਔਰ ਬਿਨਾਂ ਚੇਤਾਵਨੀ ਤੇ ਜਿਹੜਾ ਹੈਗਾ ਘਾਤ ਕਰਦਾ ਹੈ। It is the kind of sin that can only go by prayer and fasting. ਇਹ ਪਾਪ ਇਸ ਤਰ੍ਹਾਂ ਦਾ ਹੈਗਾ ਜਿਹਦਾ ਸਿਰਫ ਜਿਹੜਾ ਹੈਗਾ ਉੱਤਰ ਹੈਗਾ ਤੁਸੀਂ ਪ੍ਰਾਰਥਨਾ ਕਰੋ ਔਰ ਉਪਵਾਸ ਕਰੋ। Needs repeated humbling before God before you can even recognize it. ਪਰਮੇਸ਼ਵਰ ਦੇ ਸਾਹਮਣੇ ਜਿਹੜਾ ਹੈਗਾ ਤੁਹਾਨੂੰ ਆਪਣੇ ਆਪ ਨੂੰ ਜਿਹੜਾ ਹੈਗਾ ਦੀਨਤਾ ਨਾਲ ਲਿਆਣਾ ਹੈਗਾ ਤਾਂ ਹੀ ਜਿਹੜਾ ਹੈਗਾ ਨਿਕਲਦੀ ਹੈ ਤੁਹਾਡੇ ਅੰਦਰੋਂ। Self esteem, the byword today that everybody encourages self esteem. ਹਰ ਕੋਈ ਜਿਹੜਾ ਹੈਗਾ ਸਵਾਭਿਮਾਨ ਦੇ ਬਾਰੇ ਚ ਗੱਲ ਕਰਦਾ ਹੈ। It is true, you cannot be a doormat in front of everybody. I agree with that. ਮੈਂ ਮੰਨਣਾ ਹੈਗਾ ਕਿ ਹਰ ਸਾਹਮਣੇ ਲੋਕਾਂ ਦੇ ਸਾਹਮਣੇ ਜਿਹੜਾ ਤੁਸੀਂ ਡੋਰਮੈਟ ਨਹੀਂ ਬਣ ਕੇ ਰਹਿ ਸਕਦੇ। But self esteem, when it becomes big in your life, turns to pride. ਜਦੋਂ ਸਵਾਭਿਮਾਨ ਜਿਹੜਾ ਹੈਗਾ ਬਹੁਤ ਵੱਡਾ ਬਣ ਜਾਂਦਾ ਹੈਗਾ ਤੇ ਉਹ ਕਮਾਂਡ ਬਣ ਜਾਂਦਾ। In small measure it is beneficial. ਥੋੜੀ ਮਾਤਰਾ ਦੇ ਅੰਦਰ ਠੀਕ ਹੈ। But if it is not balanced with scripture, it can quickly turn to pride. ਲੇਕਿਨ ਵਚਨ ਦੇ ਅਨੁਸਾਰ ਨਹੀਂ ਹੈਗਾ ਤੇ ਕਮਾਂਡ ਬਣ ਜਾਂਦਾ। That is why he put it on top of his list. ਤਾਂ ਹੀ ਜਿਹੜਾ ਉਹਨਾਂ ਨੇ ਆਪਣੀ ਲਿਸਟ ਤੋਂ ਸਭ ਤੋਂ ਉੱਪਰ ਇਹੀ ਰੱਖਿਆ ਹੈਗਾ। Because God hates pride. ਕਿਉਂਕਿ ਪਰਮੇਸ਼ਵਰ ਜਿਹੜਾ ਹੈਗਾ ਕਮੰਡੀ ਅੱਖਾਂ ਜੋ ਘ੍ਰਿਣਿਤ ਕਰਦੇ ਹੈਗੇ। Hudson Taylor was scheduled to preach in a church. ਹਡਸਨ ਟੇਲਰ ਜਿਹੜਾ ਹੈਗਾ ਉਹਨਾਂ ਨੇ ਸਿੱਖਿਆ ਦੇਣਾ ਹੈਗੀ ਸੀ ਇੱਕ ਕਲੀਸਿਆ ਦੇ ਅੰਦਰ। The pastor introduced him. ਪਾਦਰੀ ਜੀ He introduced him. ਪਾਦਰੀ ਜੀ ਨੇ ਉਹਨਾਂ ਨੂੰ ਜਿਹੜਾ ਹੈਗਾ ਇੰਟਰੋਡਿਊਸ ਕੀਤਾ। He told how Taylor had done a lot of work in China. ਉਹਨਾਂ ਨੇ ਦੱਸਿਆ ਕਿ ਹਾਂ ਵੀ ਹਡਸਨ ਟੇਲਰ ਨੇ ਕਿਸ ਤਰ੍ਹਾਂ ਜਿਹੜਾ ਹੈਗਾ ਚਾਈਨਾ ਜਾ ਕੇ ਬੜਾ ਕੰਮ ਕੀਤਾ। And then in the end he said, this is our illustrious guest. ਕਿ ਇਹ ਜਿਹੜੇ ਸਾਡੇ ਵੱਡੇ ਗੈਸਟ ਹੈਗੇ ਨੇ। Hudson Taylor stood quietly for some time. ਉਹ ਹਡਸਨ ਟੇਲਰ ਜਿਹੜੇ ਥੋੜੀ ਦੇਰ ਵਾਸਤੇ ਸ਼ਾਂਤ ਰਹੇ। And then he said, ਫਿਰ ਉਹਨਾਂ ਨੇ ਕਿਹਾ, dear friends, ਮੇਰੇ ਦੋਸਤੋ, I am a little servant of an illustrious master. ਮੈਂ ਇੱਕ ਛੋਟਾ ਜਿਹਾ ਦਾਸ ਹੈਗਾ ਇੱਕ ਵੱਡੇ ਮਾਲਿਕ ਦਾ। The very thought of us being better than anybody or better than God in our thinking life can cause pride. ਜੇ ਆਪਣੀ ਸੋਚਾਂ ਦੇ ਅੰਦਰ ਅਸੀਂ ਸੋਚੀਏ ਕਿ ਹਾਂ ਵੀ ਅਸੀਂ ਕਿਸੇ ਹੋਰ ਇਨਸਾਨ ਤੋਂ ਜਾਂ ਪ੍ਰਭੂ ਤੋਂ ਬਿਹਤਰ ਹੈਗੇ ਆ, ਇਹ ਕਮੰਡ ਹੈ। It's a disease that will destroy our inner self. ਇਹ ਬਿਮਾਰੀ ਹੈ ਜਿਹੜੇ ਸਾਡੇ ਅੰਦਰੂਨੀ ਆਤਮਾ ਨੂੰ ਜਿਹੜਾ ਮਾਰ ਦੇਵੇਗਾ। So that is pride. So we have to be careful about pride. ਸਾਨੂੰ ਜਿਹੜਾ ਹੈਗਾ ਬਿਲਕੁਲ ਚੁਕੰਨਾ ਰਹਿਣਾ ਹੈਗਾ ਕਮੰਡ ਤੋਂ। Because pride will make us do things which we normally wouldn't do. ਅਹੰਕਾਰ ਜਿਹੜਾ ਹੈਗਾ ਸਾਨੂੰ ਉਹ ਚੀਜ਼ਾਂ ਕਰਵਾਏਗਾ ਜਿਹੜਾ ਅਸੀਂ ਨਾਰਮਲੀ ਨਹੀਂ ਕਰਦੇ। The third one in the list is a lying tongue. ਤੀਜੀ ਚੀਜ਼ ਜਿਹੜੀ ਹੈਗੀ ਹੈ ਝੂਠ ਬੋਲਣ ਵਾਲੀਆਂ ਜ਼ਬਾਨ। James 3:6 the Bible says, and the tongue is a fire, a world of iniquity. So is the tongue among our members, that it defileth the whole body, and setteth on fire the course of nature, and it is set on the fire of hell. जीभ भी एक आग है, जीभ हमारे अंगों में अधर्म का एक लोक है और सारी देह पर कलंक लगाती है। वह भव चक्र में आग लगा देती है और नरक कुंड की आग से जलती रहती है। अधर्म का लोक, world of iniquity.
ਅਧਰਮ ਦਾ ਲੋਕ ਹੈਗਾ। The scripture always thinks the tongue is the extension of the heart. ਵਚਨ ਦੇ ਅੰਦਰ ਜਿਹੜਾ ਹੈਗਾ ਇਹ ਦੱਸਿਆ ਗਿਆ ਹੈ ਕਿ ਜ਼ਬਾਨ ਜਿਹੜੀ ਹੈਗੀ ਹੈ ਉਹ ਦਿਲ ਦਾ ਅੰਸ਼ ਹੈਗਾ। Matthew 12:34, Lord Jesus said, ਮਤੀ 12:34 ਦੇ ਅੰਦਰ ਪ੍ਰਭੂ ਯਿਸੂ ਨੇ ਕਿਹਾ, O generation of vipers, how can ye, being evil, speak good things? For out of the abundance of the heart, the mouth speaks. हे सांप के बच्चों, तुम बुरे होकर क्यों कर अच्छी बातें कह सकते हो, क्योंकि जो मन में है भरा है वही मुंह पर आता है। Luke 6:45, the Bible says, लूका 6:45 लिखा है, A good man out of a good treasure of his heart bringeth forth that which is good, and an evil man out of the evil treasure of his heart bringeth forth that which is evil. For out of the abundance of the heart his mouth speaks. भला मनुष्य अपने मन के भले भंडार से भली बातें निकालता है, और बुरा मनुष्य अपने मन के बुरे भंडार से बुरी बातें निकालता है, क्योंकि जो मन में भरा है वही उसके मुंह पर आता है। Lies form in the heart first before they are spoken. झूठ ਜਿਹੜੇ ਹੈਗੇ ਸਭ ਤੋਂ ਪਹਿਲਾਂ ਦਿਲ 'ਚ ਬੰਦੇ ਉਤਪੰਨ ਹੁੰਦੇ ਹੈਗੇ। That is why the Bible paraphrases it as a lying tongue. ਤਾਂ ਹੀ ਜਿਹੜਾ ਹੈਗਾ ਬਾਈਬਲ ਦੇ ਨੇ ਇਸ ਤਰ੍ਹਾਂ ਲਿਖਿਆ ਹੈ ਕਿ ਵੀ ਝੂਠ ਬੋਲਣ ਵਾਲੀਆਂ ਜ਼ਬਾਨ। Jeremiah 17:9, the Bible says, The heart is deceitful above all things and desperately wicked. Who can know it? यिर्मयाह 17:9 लिखा है, मन तो सब वस्तुओं से अधिक धोखे देने वाला है, उसमें असधाय रोग लगा है, उसके भेद कौन समझ सकता है। The Bible constantly talks about our heart. ਬਾਈਬਲ ਦੇ ਅੰਦਰ ਸਾਡੇ ਦਿਲ ਦੀ ਸੁਭਾਅ ਨੂੰ ਜਿਹੜਾ ਹੈਗਾ ਬਾਰ-ਬਾਰ ਕਿਹਾ ਗਿਆ ਹੈਗਾ। In Proverbs 4:23 he says, Keep thy heart with all diligence, for out of it are the issues of life. ਨੀਤੀ ਵਚਨ 4 ਦੇ ਅੰਦਰ ਲਿਖਿਆ ਹੈਗਾ ਕਿ ਆਪਣੇ ਦਿਲ ਨੂੰ ਜਿਹੜਾ ਹੈਗਾ ਸੰਭਾਲ ਕੇ ਰੱਖੋ, ਕਿਉਂਕਿ ਸਾਰੇ ਗਲਤ ਚੀਜ਼ਾਂ ਜਿਹੜੀਆਂ ਉਹਦੇ ਦਿਲ ਤੋਂ ਨਿਕਲਦੀਆਂ ਜਿਹੜੇ ਜੀਵਨ ਉਤਪੰਨ ਕਰਦੀਆਂ। Proverbs 4:23, ਨੀਤੀ ਵਚਨ 4:23, As Christians we have to keep our heart. It means in Hebrew it means we have to guard our heart. ਇਹਦਾ ਅਰਥ ਇਹ ਹੈਗਾ ਕਿ ਸਾਨੂੰ ਆਪਣੇ ਦਿਲ ਨੂੰ ਜਿਹੜਾ ਹੈਗਾ ਚੌਕੰਨਾ ਰੱਖ ਕੇ ਰੱਖਣਾ ਹੈਗਾ। It is difficult to do as human beings. ਇਨਸਾਨ ਹੋਣ ਦੇ ਰਾਤੇ ਜਿਹੜਾ ਹੈਗਾ ਬੜਾ ਮੁਸ਼ਕਿਲ ਹੈਗਾ ਕੰਮ। The Lord Holy Spirit who is with us helps us in this. ਪਵਿੱਤਰ ਆਤਮਾ ਜਿਹੜਾ ਸਾਡੇ ਅੰਦਰ ਵਾਸ ਕਰਦਾ ਹੈਗਾ ਉਹ ਸਾਡੀ ਮਦਦ ਕਰਦਾ ਹੈ। Psalm 18:27-28 says, ਭਜਨ ਸੰਹਿਤਾ 18:27-28 ਚ ਲਿਖਿਆ ਹੈ, For thou wilt save the afflicted people, but will bring down high looks. For thou wilt light my candle, the Lord my God will enlighten my darkness. क्योंकि तू दीन लोगों को तो बचाता है, परंतु घमंड भरी आँखों को नीची करता है। हाँ, तू ही मेरे दीपक को जलाता है, और मेरा परमेश्वर यहोवा मेरे अंधियारे को उजाला कर देता है। Only God can reveal the condition of our hearts and the lying tongue. ਪਰਮੇਸ਼ਵਰ ਹੀ ਜਿਹੜਾ ਹੈਗਾ ਪ੍ਰਕਾਸ਼ਿਤ ਕਰਦੇ ਹੈਗੇ ਕਿ ਸਾਡੇ ਦਿਲ ਕਿੱਥੇ ਹੈਗਾ ਔਰ ਸਾਡੀਆਂ ਝੂਠੀਆਂ ਜ਼ਬਾਨ ਕਿਸ ਤਰ੍ਹਾਂ ਨਿਕਲਦੀਆਂ। Every day we have to read God's word and allow the word of God to read us. ਸਾਨੂੰ ਜਿਹੜਾ ਹੈਗਾ ਹਰ ਰੋਜ਼ ਜਿਹੜਾ ਹੈਗਾ ਪਰਮੇਸ਼ਵਰ ਦੇ ਵਚਨ ਨੂੰ ਪੜ੍ਹਨਾ ਹੈਗਾ ਔਰ ਅਲਾਓ ਕਰਨਾ ਹੈਗਾ ਕਿ ਪਰਮੇਸ਼ਵਰ ਦਾ ਵਚਨ ਸਾਨੂੰ ਪੜ੍ਹੇ। The Bible should read us. ਬਾਈਬਲ ਜਿਹੜਾ ਹੈਗਾ ਸਾਨੂੰ ਜਿਹੜਾ ਹੈਗਾ ਅਧਿਐਨ ਕਰੇ ਸਾਡਾ। We don't read the Bible just for the sake of it. ਅਸੀਂ ਸਿਰਫ ਜਿਹੜਾ ਹੈਗਾ ਬਾਈਬਲ ਸਿਰਫ ਇਹੀ ਨਹੀਂ ਕਿ ਹਾਂ ਵੀ ਪੜ੍ਹਨਾ ਹੈ ਤੇ ਪੜ੍ਹਨੀ ਹੈ। Hebrews 4:12 the Bible says, ਇਬਰਾਨੀਆਂ 4:12 ਚ ਲਿਖਿਆ ਹੈ, For the word of God is quick and powerful, sharper than any two-edged sword, piercing even to the dividing asunder of soul and spirit and the joints and marrow, and is a discerner of the thoughts and intents of the heart. क्योंकि परमेश्वर का वचन जीवित और प्रबल और हर एक दो-धारी तलवार से भी बहुत चौखा है, और जीव और आत्मा को और गांठ और गूदे को अलग करके वार पार छेदता है, और मन की भावनाओं और विचारों को जांचता है। You see, these days white lies, grey lies, black lies, all types of colorful lies all have the same value before God. ਅੱਜ ਕੱਲ੍ਹ ਜਿਹੜਾ ਲੋਕਾਂ ਕਹਿੰਦੇ ਹੈਗੇ ਕਿ ਸਫੇਦ ਝੂਠ ਜਾਂ ਪੂਰਾ ਝੂਠ ਜਿਹੜਾ ਹੈਗਾ ਇਹ ਸਾਰੀਆਂ ਚੀਜ਼ਾਂ ਇੱਕੋ ਵਰਗੀਆਂ ਹੈਗੀਆਂ ਪਰਮੇਸ਼ਵਰ ਦੇ ਸਾਹਮਣੇ। The human philosophy says if you tell a lie which will not hurt somebody, it is okay, but that is false. ਇਨਸਾਨੀ ਸੋਚ ਜਿਹੜੀ ਹੈਗੀ ਉਹ ਇਹ ਕਹਿੰਦੀ ਹੈਗੀ ਹੈ ਕਿ ਹਾਂ ਵੀ ਜੇ ਕੋਈ ਤੁਸੀਂ ਝੂਠ ਬੋਲਦੇ ਹੋ ਜਿਹਦੇ ਨਾਲ ਕੋਈ ਕਿਸੇ ਨੂੰ ਕੋਈ ਬੁਰਾ ਨਹੀਂ ਲੱਗਦਾ ਹੈਗਾ ਤੇ ਠੀਕ ਹੈਗਾ। In fact, people say that if you tell a lie which is beneficial, it is okay. That is false before God. ਜੇ ਲੋਕੀ ਕਈ ਕਹਿੰਦੇ ਹੈਗੇ ਕਿ ਤੁਸੀਂ ਝੂਠ ਬੋਲੋ ਕਿਸੇ ਨੂੰ ਫਾਇਦਾ ਹੋਏ ਉਹਦਾ ਤੇ ਉਹ ਸਹੀ ਹੈ, ਲੇਕਿਨ ਪਰਮੇਸ਼ਵਰ ਦੇ सम्मुख ਗਲਤ ਹੈ ਉਹ। God hates a lying tongue. ਪਰਮੇਸ਼ਵਰ ਜਿਹੜਾ ਹੈਗਾ ਘ੍ਰਿਣਾ ਕਰਦੇ ਹੈਗੇ ਇੱਕ ਝੂਠੀ ਜ਼ਬਾਨ ਤੋਂ। Next on the list, ਲਿਸਟ ਦੇ ਅੰਦਰ ਅਗਲੀ ਚੀਜ਼, hands that shed innocent blood.
ਜਿਹੜਾ ਮਾਰਦੇ ਹੈਗੇ ਖੂਨ ਕਰਦੇ ਹੈਗੇ ਹੱਥ ਉਹ That is in Proverbs 6, 17 to 19. ਇਹ ਨੀਤੀ ਵਚਨ 6:16 ਤੋਂ 19 ਚ ਲਿਖਿਆ ਹੈਗਾ Most of Christians don't go shedding innocent blood. I know that. ਜ਼ਿਆਦਾਤਰ ਮਸੀਹ ਲੋਕ ਜਿਹੜਾ ਹੈਗਾ ਕਿਸੇ ਦਾ ਜਿਹੜਾ ਹੈਗੇ ਮਾਰਦੇ ਨਹੀਂ ਹੈਗੇ But why is God mentioning it? ਕਿਉਂ ਹੈਗਾ ਇੱਥੇ ਵਰਣਨ ਪਰਮੇਸ਼ਰ ਨੇ ਕੀਤਾ There ਹੈ are many things which I want to bring to your notice. ਬੜੀਆਂ ਚੀਜ਼ਾਂ ਜਿਹੜਾ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹਨਾ Abortion is a great example. ਅਬਾਰਸ਼ਨ ਜਿਹੜਾ ਹੈਗਾ ਇੱਕ ਵੱਡਾ ਉਦਾਹਰਨ ਹੈਗਾ Millions upon millions babies are killed in the womb. ਲੱਖਾਂ ਲੋਕ ਜਿਹੜੇ ਹੈਗੇ ਗਰਭ ਦੇ ਅੰਦਰ ਜਿਹੜਾ ਹੈਗਾ ਮਾਰ ਦਿੰਦੇ ਹੈਗੇ ਬੱਚਿਆਂ ਨੂੰ God calls it murder. ਪਰਮੇਸ਼ਰ ਜਿਹੜਾ ਹੈਗਾ ਉਹਨੂੰ ਮਰਡਰ ਕਹਿੰਦੇ ਹੈਗੇ They say it is pro-choice. ਉਹ ਕਹਿੰਦੇ ਹੈ ਕਿ ਹਾਂ ਵੀ ਇਹ ਤੁਹਾਡਾ ਆਪਣਾ ਚੁਣਨਾ ਹੈਗਾ They say woman has the right to choose. ਕਿ ਵੀ ਔਰਤ ਜਿਹੜੀ ਹੈ ਉਹ ਚੁਣ ਸਕਦੀ ਹੈਗੀ ਹੈ And they even passed a law which says it's not against the law for abortion. ਔਰ ਵਿਵਸਥਾ ਦੇ ਅੰਦਰ ਵੀ ਕਹਿ ਦਿੱਤਾ ਗਿਆ ਹੈ ਕਿ ਵੀ ਹਾਂ ਵੀ ਇਹਦੇ ਕੋਈ ਕਾਨੂੰਨ ਨਹੀਂ ਹੈਗਾ ਇਹਦੇ It's definitely shedding innocent blood. ਇਹ ਜਿਹੜਾ ਹੈਗਾ ਇੱਕ ਇਨੋਸੈਂਟ ਲਹੂ ਜਿਹੜਾ ਹੈਗਾ ਬਣਾਉਂਦੇ ਪਏ ਹੈਗੇ But there is also another aspect. ਇਹ ਇੱਕ ਹੋਰ ਪਹਿਲੂ ਹੈ Acts 20:26. ਪ੍ਰੇਰਿਤਾਂ ਦੇ ਕੰਮ 20:26 Paul says, ਪੌਲੁਸ ਨੇ ਕਿਹਾ Wherefore I take you on to record this day that I am pure from the blood of all men. इसलिए मैं आज के दिन तुमसे गवाही देकर कहता हूँ कि मैं सबके लहू से निर्दोष हूँ Why is he saying that? क्यों इस तरह कह रहे हैं The next verse 20:27 says, For I have not shunned to declare unto you all the counsel of God. कि अगले वर्ष के अंदर लिखा है कि हाँ मैं रोकिया नहीं मैं अपने आप नू परमेश्वर दे हर चीज़ नू तुहाडे सामने दसन दे This is how God looks at it. इस तरह परमेश्वर देखते हैं When we fail to give the whole counsel of God to everyone around us, we are responsible for shedding their blood. ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਜਾਂ ਉਹਨਾਂ ਦੀ ਬੁੱਧੀ ਨੂੰ ਲੋਕਾਂ ਦੇ ਸਮੇਂ ਜਿਹੜਾ ਹੈਗਾ ਨਹੀਂ ਦਿੰਦੇ ਹੈਗੇ ਤੇ ਇਹ ਉਸ ਤਰ੍ਹਾਂ ਵਕਨ ਹੋਇਆ ਕਿ ਅਸੀਂ ਉਹਨਾਂ ਦਾ ਲਹੂ ਬਹਾਤਾ This is God's principle. ਇਹ ਪਰਮੇਸ਼ਵਰ ਦਾ ਸਿਧਾਂਤ ਹੈ He did that in the Old Testament also. ਉਹਨਾਂ ਨੇ ਪੁਰਾਣੇ ਨਿਯਮ 'ਚ ਵੀ ਇਸ ਤਰ੍ਹਾਂ ਕੀਤਾ Ezekiel 33:7 to 9 says, ਐਜ਼ੀਕੀਅਲ 33:7 ਤੋਂ 9 'ਚ ਲਿਖਿਆ ਹੈ So thou, O son of man, I have set thee a watchman unto the house of Israel. Therefore thou shalt hear the word at my mouth and warn them from me. When I say unto the wicked, O wicked man, thou shalt surely die, if thou dost not speak to warn the wicked from his ways, and the wicked man die in his iniquity, but his blood will I require at thy hand. Nevertheless, if thou warn the wicked of his way to turn from it, if he does not turn from his way, he shall die in his iniquity, but thou hast delivered thy soul. इसलिए हे मनुष्य के संतान, मैंने तुझे इस्राएल के घराने का पहरुआ ठहरा दिया है। तू मेरे वचन सुनकर उन्हें मेरी ओर से चिता दे। यदि मैं दुष्ट कहूँ, हे दुष्ट तू निश्चय मरेगा, तब यदि तू दुष्ट को अपने मार्ग के विषय में ना चिताए और तो वह दुष्ट अपने अधर्म में फंसा हुआ मरेगा, परंतु उसके खून का लेखा मैं तुझी से लूँगा। परंतु यदि तू दुष्ट को उसके मार्ग के विषय चिताए कि वह अपने मार्ग से फिरे और वह अपने मार्ग से ना फिरे, तो वह तो अपने अधर्म में फंसा हुआ मरेगा, परंतु तू अपने प्राण बचा लेगा। You see, according to the standard of Scripture, when we don't tell the people around us, whether people who are working with you, your relatives, your children, your parents, all around you, if you don't give them the whole gospel and they die in their sin, we are shedding innocent blood. ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਜਿਹੜਾ ਹੈਗਾ, ਜੇ ਤੁਸੀਂ ਪਰਮੇਸ਼ਵਰ ਦਾ ਸੁਸਮਾਚਾਰ ਜਿਹੜਾ ਹੈਗਾ ਜਿੰਨੇ ਵੀ ਲੋਕਾਂ ਨੂੰ ਤੁਸੀਂ ਮਿਲਦੇ ਹੈਗੇ ਹੋ, ਜੋ ਉਹਨਾਂ ਨੂੰ ਨਹੀਂ ਦੱਸਦੇ ਹੋ ਔਰ ਉਹ ਆਪਣੇ ਪਾਪ ਦੇ ਅੰਦਰ ਮਰ ਜਾਂਦੇ ਹੈਗੇ, ਨਰਕ ਜਾਂਦੇ ਹੈਗੇ, ਤਾਂ ਤੁਸੀਂ ਉਹਨਾਂ ਦਾ ਲਹੂ ਬਹਾਇਆ। It's a hard saying. ਬੜੀ ਕਠੋਰ ਚੀਜ਼ ਹੈਗੀ ਹੈ। But I caution you, encourage you and plead with you. Please tell the gospel to everyone who you know. ਮੈਂ ਤੁਹਾਡੇ ਨਾਲ ਜਿਹੜਾ ਹੈਗਾ ਇਹ ਬੇਨਤੀ ਕਰਨਾ ਹੈਗਾ, ਤੁਹਾਨੂੰ ਪ੍ਰੋਤਸਾਹਿਤ ਕਰਨਾ ਹੈਗਾ ਕਿ ਜਿੰਨੇ ਲੋਕਾਂ ਨੂੰ ਤੁਸੀਂ ਜਾਣਦੇ ਹੋ ਉਹਨਾਂ ਨੂੰ ਇਹ ਰਾਹ ਦੱਸੋ। It may not get you you may not win the popularity contest, but you will be right before God. ਹੋ ਸਕਦਾ ਹੈ ਤੁਹਾਡੀ ਮਸ਼ਹੂਰੀ ਨਾ ਹੋਵੇ, ਲੇਕਿਨ ਤੁਸੀਂ ਪਰਮੇਸ਼ਵਰ ਦੇ ਸਾਹਮਣੇ ਸਹੀ ਠਹਿਰੋਗੇ। The next on the list is a heart which deviseth wicked imaginations. ਔਰ ਅਗਲਾ ਜਿਹੜਾ ਹੈਗਾ ਲਿਸਟ ਦੇ ਅੰਦਰ ਉਹ ਚੀਜ਼ ਹੈਗੀ ਕਿ ਜਿਹੜਾ ਦਿਲ ਸੋਚਦਾ ਹੈਗਾ ਕਪਟੀਆਂ ਚੀਜ਼ਾਂ ਜਿਹੜਾ ਹੈਗਾ। The media is a brainwashing machine.
ਮੀਡੀਆ ਜਿਹੜਾ ਹੈਗਾ ਉਹ ਦਿਮਾਗ ਜਿਹੜਾ ਹੈ ਤੁਹਾਡਾ ਫਿਰਾ ਦਿੰਦੀ ਹੈ। As the years pass, it becomes more and more sinful and blatant in the movies. ਫਿਲਮਾਂ ਦੇ ਅੰਦਰ ਜਿਹੜਾ ਹੈਗਾ ਜਿਸ ਤਰ੍ਹਾਂ ਸਮੇਂ ਨਿਕਲਦਾ ਜਾਂਦਾ ਹੈਗਾ ਹੋਰ ਜ਼ਿਆਦਾ ਕਪਟੀਆਂ ਹੋਰ ਜ਼ਿਆਦਾ ਪਾਪੀ ਹੁੰਦੀਆਂ ਜਾਂਦੀਆਂ। Even serials. ਸੀਰੀਅਲ ਵੀ ਇਸ ਤਰ੍ਹਾਂ ਹੀ ਹੈ। You know, there's full of wicked imagination. ਉਹਨਾਂ ਦੇ ਅੰਦਰ ਜਿਹੜਾ ਹੈਗਾ ਜੋ ਵੀ ਉਹਨਾਂ ਦੀ ਸੋਚ ਹੈ ਉਹ ਕਪਟੀ ਹੈਗੀ ਹੈ। One movie magnate said, if you show the right thing, nobody will watch movies. It's only when you show sin, people will watch movies. ਇੱਕ ਵੱਡਾ ਜਿਹੜਾ ਬਣਾਉਣ ਵਾਲਾ ਜਿਹੜਾ ਹੈਗਾ ਫਿਲਮਾਂ ਬਣਾਉਣ ਵਾਲਾ ਇਨਸਾਨ ਹੈ ਉਹਨੇ ਕਿਹਾ ਸੀ ਜੇ ਬੁਰੀਆਂ ਚੀਜ਼ਾਂ ਦਿਖਾਓਗੇ ਤਾਂ ਬੜੇ ਲੋਕ ਦੇਖਣਗੇ, ਅੱਛੀ ਦਿਖਾਓਗੇ ਕੋਈ ਨਹੀਂ ਦੇਖੇਗਾ। So as time progresses, sin is introduced in these movies. ਜਿਸ ਤਰ੍ਹਾਂ ਸਮਾਂ ਬੀਤਦਾ ਜਾਂਦਾ ਹੈਗਾ ਪਾਪ ਜਿਹੜਾ ਹੈਗਾ ਹੋਰ ਜ਼ਿਆਦਾ ਦਿਖਾਇਆ ਜਾਂਦਾ ਹੈਗਾ। Sometime I get a chance to watch a movie. These days I am seeing in Indian movies they speak about sex before marriage, cohabiting, all the things which is in the West is now imported into the movies. ਕਦੀ ਕਦੀ ਮੈਨੂੰ ਫਿਲਮਾਂ ਦੇਖਣ ਦਾ ਅਵਸਰ ਮਿਲਦਾ ਹੈਗਾ ਤਾਂ ਮੈਂ ਦੇਖਣਾ ਹੈਗਾ ਕਿ ਹਿੰਦੀ ਫਿਲਮਾਂ ਦੇ ਅੰਦਰ ਵੀ ਜਿਹੜਾ ਹੈਗਾ ਸੈਕਸ ਦੇ ਬਾਰੇ 'ਚ ਔਰ ਵਿਅਭਿਚਾਰ ਦੇ ਬਾਰੇ 'ਚ ਔਰ ਸ਼ਾਦੀ ਤੋਂ ਪਹਿਲਾਂ ਇਕੱਠੇ ਰਹਿਣ ਦੇ ਬਾਰੇ ਜਿਹੜਾ ਹੈਗਾ ਜਿਹੜੀਆਂ ਚੀਜ਼ਾਂ ਪੱਛਮੀ ਦੇਸ਼ਾਂ 'ਚ ਹੁੰਦੀਆਂ ਉਹ ਸਾਰੀਆਂ ਹਿੰਦੁਸਤਾਨ 'ਚ ਵੀ ਹੋ ਰਹੀਆਂ। You see the cities these days in India? ਦੇਖੋ ਤੁਸੀਂ ਦਿੱਲੀ ਦੇ ਅੰਦਰ all these practices are common now. ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸ਼ਹਿਰਾਂ ਜਿਹੜੀਆਂ ਹੈਗੀਆਂ ਹਿੰਦੁਸਤਾਨ ਦੇ ਚਲਦੀਆਂ ਆਮ ਹੁੰਦੀਆਂ ਹੈਗੀਆਂ। It is the devil behind this push. ਸ਼ੈਤਾਨ ਹੈਗਾ ਇਹਨਾਂ ਦੀ ਪਿੱਛੇ ਚੀਜ਼ਾਂ ਦੇ ਪਿੱਛੇ। It's the brainwashing. ਇਸ ਦਿਮਾਗ ਜਿਹੜਾ ਹੈਗਾ ਫਿਰਾਤਾ ਹੈ ਲੋਕਾਂ ਦਾ। This repeated softening and brainwashing people into acceptance of sin. ਬਾਰ-ਬਾਰ ਜਿਹੜਾ ਹੈਗਾ ਪਾਪ ਨੂੰ ਦਿਖਾ ਕੇ ਜਿਹੜਾ ਹੈਗਾ ਉਹਨੂੰ ਆਮ ਕਰਤਾ ਗਿਆ ਹੈਗਾ। See, when we watch these movies with sin, we will see a boy telling all sorts of sin to get out of problems, and we laugh at it and the movie is over and we think, oh, 3 hours I have just enjoyed myself. ਅਸੀਂ ਜਿਹੜਾ ਹੈਗਾ ਕਿ ਜਦੋਂ ਕੋਈ ਫਿਲਮ ਦੇਖਦੇ ਹੈਗੇ ਆ ਤੇ ਉਹਦੇ ਅੰਦਰ ਇੱਕ ਬੰਦਾ ਹੈਗਾ ਉਹ ਪਾਪੀ ਹਰਕਤਾਂ ਕਰਕੇ ਜਿਹੜਾ ਹੈਗਾ ਕਿਸ ਤਰ੍ਹਾਂ ਬਚ ਜਾਂਦਾ ਹੈਗਾ ਔਰ ਅਸੀਂ 3 ਘੰਟੇ ਦੇ ਬਾਅਦ ਉੱਠ ਕੇ ਕਹਿੰਦੇ ਹਾਂ ਜੀ ਮੈਨੂੰ ਮਜ਼ਾ ਆਇਆ। Amitabh Bachchan, angry young man. ਅਮਿਤਾਭ ਬੱਚਨ ਨੂੰ ਕਿਹਾ ਹੈਗਾ ਗੁੱਸਾ ਵਾਲਾ ਜਿਹੜਾ ਹੈਗਾ ਜਵਾਨ ਇਨਸਾਨ। Many people thought anger is okay. ਬੜੇ ਲੋਕੀ ਸੋਚਦੇ ਹੈਗੇ ਕਿ ਹਾਂ ਵੀ ਗੁੱਸਾ ਬੜੀ ਅੱਛੀ ਚੀਜ਼ ਹੈ। See, we got something called a subconscious. ਸਾਡੇ ਅੰਦਰ ਇੱਕ ਚੀਜ਼ ਹੈਗੀ ਹੈ ਅੰਤਰਾਤਮਾ। The subconscious records everything. ਸਾਡੀ ਅੰਤਰਾਤਮਾ ਜਿਹੜੀ ਸਾਰੀ ਚੀਜ਼ਾਂ ਰਿਕਾਰਡ ਕਰਦੀ ਹੈ। Then it starts to train our conscience. ਔਰ ਸਾਨੂੰ ਜਿਹੜਾ ਹੈਗਾ ਟ੍ਰੇਨ ਕਰਨਾ ਸ਼ੁਰੂ ਕਰ ਦਿੰਦੀ ਹੈਗੀ ਸਾਡੇ ਕੌਨਸ਼ੀਅਸ ਨੂੰ। When a situation arises similar to that in our lives, ਔਰ ਜਦੋਂ ਉਹੀ ਹਾਲਾਤ ਸਾਡੇ ਸਾਹਮਣੇ ਆਉਂਦੇ ਹੈਗੇ we justify that sin. ਅਸੀਂ ਜਿਹੜਾ ਹੈਗਾ ਉਹ ਪਾਪ ਕਰਨੇ ਆ ਔਰ ਅਸੀਂ ਕਹਿੰਦੇ ਹਾਂ ਵੀ ਇਹ ਠੀਕ ਹੈ। And we don't feel bad about it. ਔਰ ਬੁਰਾ ਵੀ ਨਹੀਂ ਲੱਗਦਾ ਸਾਨੂੰ। This is what the Soviets used to do, and this is what the movies are doing today. ਇਹ ਸੋਵੀਅਤ ਲੋਕ ਵੀ ਇਹੀ ਕਰਦੇ ਸੀ ਆਪਣੀ ਆਵਾਮ ਦੇ ਨਾਲ ਔਰ ਇਹੀ ਜਿਹੜੀ ਕਿ ਫਿਲਮਾਂ ਵੀ ਕਰਦੀਆਂ। But people become so accustomed to do evil that they don't feel bad about it anymore. ਲੋਕਾਂ ਨੂੰ ਇੰਨੀ ਆਦਤ ਪੈ ਜਾਂਦੀ ਹੈਗੀ ਹੈ ਪਾਪ ਕਰਨ ਦੀ ਕਿ ਉਹਨਾਂ ਨੂੰ ਬੁਰਾ ਹੀ ਨਹੀਂ ਲੱਗਦਾ। A heart that devises wicked imaginations. ਇਹ ਦਿਲ ਜਿਹੜਾ ਹੈਗਾ ਜਿਹੜਾ ਸੋਚਦਾ ਹੈਗਾ ਯੋਜਨਾਵਾਂ ਗਲਤ ਚੀਜ਼ਾਂ। Let us examine our hearts. ਅਸੀਂ ਜਿਹੜਾ ਹੈਗਾ ਪਰੀਖਿਆ ਲਈਏ ਆਪਣੇ ਦਿਲਾਂ ਦੀ। But if we don't use the light of God's word, we will never see what we are assumed. ਜੇ ਪਰਮੇਸ਼ਵਰ ਦੇ ਵਚਨ ਦੀ ਰੋਸ਼ਨੀ ਅਸੀਂ ਨਹੀਂ ਪਾਵਾਂਗੇ ਆਪਣੇ ਦਿਲ ਦੇ ਉੱਤੇ ਤੇ ਸਾਨੂੰ ਜੋ ਅਸੀਂ ਸੋਚਿਆ ਹੈਗਾ ਉਹ ਨਹੀਂ ਪਤਾ ਚੱਲੇਗਾ ਸਹੀ ਹੈ ਨਹੀਂ। Maybe we have accepted what is against God's word as acceptable in our heart. It's time to repent. ਜੇ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿਰੁੱਧ ਕੀਤੀਆਂ ਹੋਈਆਂ ਗੱਲਾਂ ਨੂੰ ਸਵੀਕਾਰ ਕਰ ਲਿੱਤਾ ਹੈਗਾ ਤੇ ਆਪਣਾ ਮਨ ਫਿਰਾਉਣ ਦਾ ਸਮਾਂ ਆ ਗਿਆ ਹੈਗਾ। The next thing is feet running to mischief. ਔਰ ਅਗਲੀ ਚੀਜ਼ ਹੈਗੀ ਹੈ ਜਿਹੜੇ ਪੈਰ ਜਿਹੜੇ ਹੈਗੇ ਬੁਰਾਈ ਵੱਲ ਦੌੜਦੇ ਨੇ। The word mischief is used in the Bible in a context of where it causes harm. ਇਹ ਲਫ਼ਜ਼ ਜਿਹੜਾ ਹੈਗਾ ਬਾਈਬਲ ਦੇ ਅੰਦਰ ਇਸ ਤਰ੍ਹਾਂ ਇਸਤੇਮਾਲ ਕੀਤਾ ਗਿਆ ਕਿ ਕਿਸੇ ਨੂੰ ਜਿਹੜਾ ਹੈਗਾ ਬੁਰਾ ਹੋਵੇ ਕਿਸੇ ਦੇ ਨਾਲ। Sometimes it could be good intentioned. ਹੋ ਸਕਦਾ ਹੈ ਤੁਹਾਡੇ ਸੁਭਾਅ ਜਿਹੜਾ ਤੁਹਾਡਾ ਮਨ ਜਿਹੜਾ ਹੈਗਾ ਸੋਚ ਰਿਹਾ ਹੈ ਕਿ ਹਾਂ ਵੀ ਮੈਂ ਕੁਝ ਅੱਛਾ ਕਰਨਾ ਹੈ। If somebody hurts my friend, I'll go and hurt that person. Things like that. ਕਿ ਵੀ ਤੁਸੀਂ ਇਹ ਸੋਚੋ ਕਿ ਮੇਰੇ ਦੋਸਤ ਨੂੰ ਕਿਸੇ ਨੇ ਮਾਰਿਆ ਤੇ ਮੈਂ ਉਹਨੂੰ ਜਾ ਕੇ ਕੁੱਟਣਾ ਹੈ। Good example of feet running to mischief. ਇਹ ਅੱਛਾ ਉਦਾਹਰਣ ਹੈਗਾ ਕਿ ਤੁਹਾਡੇ ਪੈਰ ਦੌੜਦੇ ਪਏ ਹੈਗੇ ਬੁਰਾਈ ਦੀ ਤਰਫ। It is an emotion which is misplaced. ਇਹ ਜਿਹੜਾ ਸੁਭਾਅ ਹੈਗਾ ਜਿਹੜਾ ਗਲਤ ਰਾਤ ਗਿਆ ਹੋਇਆ। Because God looks at feet completely different. ਪਰਮੇਸ਼ਵਰ ਜਿਹੜਾ ਹੈਗਾ ਕਦਮਾਂ ਨੂੰ ਬਿਲਕੁਲ ਵੱਖਰੇ ਨਜ਼ਰ ਨਾਲ ਦੇਖਦੇ ਹੈਗੇ। Romans 10:15 the Bible says. ਰੋਮੀਓ 10:15 ਦੇ ਅੰਦਰ ਲਿਖਿਆ ਹੈਗਾ। And how shall they preach except they be sent, as it is written, how beautiful are the feet of them that preach the gospel of peace and bring glad tidings of good things. और प्रचारक बिना क्यों कर सुने और यदि भेजे ना जाएं तो क्यों कर प्रचार करें, जैसा लिखा है कि उनके पाँव का क्या ही सुहावने हैं
जो अच्छी बातों का सुसमाचार सुनते हैं। When we hear a juicy gossip, ਜਦੋਂ ਅਸੀਂ ਕੋਈ ਜਿਹੜੀ ਹੈਗੀ ਹੈ ਗੌਸਿਪ ਸੁਣਨੇ ਹੈਗੇ ਆ, then we are restless till we tell somebody else. ਅਸੀਂ ਤਦ ਤੱਕ ਜਿਹੜਾ ਹੈਗਾ ਜਦ ਤੱਕ ਕਿਸੇ ਨੂੰ ਦੱਸ ਨਾ ਦਈਏ ਅਸੀਂ ਤਦ ਤੱਕ ਜਿਹੜਾ ਹੈਗਾ ਉਹ ਉਤੇਜਿਤ ਰਹਿੰਦੇ ਆ। We won't tell the gospel, but gossip is easily repeated. ਅਸੀਂ ਸੁਸਮਾਚਾਰ ਜਿਹੜੇ ਲੋਕਾਂ ਨੂੰ ਨਹੀਂ ਸੁਣਾਉਂਦੇ ਹੈਗੇ, ਲੇਕਿਨ ਗੌਸਿਪ ਜਿਹੜੀ ਹੈਗੀ ਅੱਛੀ ਤਰ੍ਹਾਂ ਦੱਸ ਦਿੰਦੇ ਆ। So 4 pastors went to lunch one day. 4 ਪਾਦਰੀ ਇਕੱਠੇ ਗਏ ਖਾਣਾ ਖਾਣ। Having read James 5, which says, confess your sins one to another. ਜੇਮਸ 5 ਦੇ ਅੰਦਰ ਲਿਖਿਆ ਹੈਗਾ ਕਿ ਵੀ ਆਪਣੇ ਪਾਪਾਂ ਨੂੰ ਇੱਕ ਦੂਜੇ ਦੇ ਨਾਲ ਜਿਹੜਾ ਦੱਸੋ। They decided to confess. ਉਹਨਾਂ ਨੇ ਕਿਹਾ ਕਿ ਹਾਂ ਵੀ ਮੈਂ ਇੱਕ ਦੂਜੇ ਨੂੰ ਦੱਸਣੇ ਹੈਗੇ ਆ। The first pastor said, ਪਹਿਲੇ ਪਾਦਰੀ ਨੇ ਕਿਹਾ, I have been a little dishonest, so I am using personal expenses as ministry expenses. ਕਿ ਮੈਂ ਥੋੜਾ ਜਿਹਾ ਜਿਹੜਾ ਹੈਗਾ ਚੋਰੀ ਚਕਾਰੀ ਕਰ ਰਿਹਾ ਹੈਗਾ ਕਿਉਂਕਿ ਮੈਂ ਆਪਣੇ ਜਿਹੜੇ ਖਰਚੇ ਹੈਗੇ ਮੈਂ ਦਿਖਾ ਰਿਹਾ ਕਿ ਹਾਂ ਵੀ ਮਿਨਿਸਟਰੀ ਦੇ ਖਰਚੇ ਹੈਗੇ। The second one said, I am too stressed out, so I drink alcohol to overcome the stress. ਕਹਿੰਦਾ ਕਿ ਮੈਂ ਜਿਹੜਾ ਹੈਗਾ ਬੜਾ ਸਟ੍ਰੈਸਫੁਲ ਹੋਇਆ ਹਾਂ ਤੇ ਫਿਰ ਮੈਂ ਦਾਰੂ ਪੀਣਾ ਹੈਗਾ ਤਾਂ ਕਿ ਮੈਂ ਠੀਕ ਹੋ ਜਾਵਾਂ। The third said, I have started gambling just to make up for my finance. ਕਹਿੰਦਾ ਮੈਂ ਤੀਜਾ ਕਹਿੰਦਾ ਹੈ ਕਿ ਮੈਂ ਜੂਆ ਕਰ ਲਿੱਤਾ ਹੈਗਾ ਕਿਉਂਕਿ ਮੈਂ ਪੈਸੇ ਘੱਟ ਪਦੇ ਪਏ ਸੀ। The fourth pastor said, ਚੌਥਾ ਕਹਿੰਦਾ I have big weakness of gossip and right now I can't wait to get out of here to tell about you all. ਕਿ ਮੈਨੂੰ ਜਿਹੜਾ ਹੈਗਾ ਗੌਸਿਪ ਕਰਨ ਦੀ ਬੜੀ ਗੱਲਾਂ ਹੈਗੀਆਂ ਔਰ ਮੈਂ ਦੂਜੇ ਲੋਕਾਂ ਨੂੰ ਦੱਸਾਂ ਤੁਹਾਡੇ ਬਾਰੇ ਤੇ ਇਹ ਮੈਨੂੰ ਕਹਿਣ ਦੀ ਬੜੀ ਹੁੰਦੀ ਪਈ ਹੈ। He's he cannot wait to go and tell anybody. ਉਹ ਜਕੜ ਚ ਆਇਆ ਹੋਇਆ ਹੈ ਕਿ ਵੀ ਹਾਂ ਵੀ ਮੈਂ ਜਾ ਕੇ ਦੱਸਣਾ ਹੈ ਫਟਾਫਟ। How quickly we want to gossip. ਕਿੰਨਾ ਜਲਦੀ ਜਿਹੜਾ ਹੈਗਾ ਅਸੀਂ ਗੌਸਿਪ ਕਰਨਾ ਚਾਹੁੰਦੇ ਹਾਂ। Feet quick to go to mischief. ਪੈਰ ਜਿਹੜੇ ਹੈਗੇ ਸ਼ੈਤਾਨੀ ਚੀਜ਼ਾਂ ਵੱਲ ਜਿਹੜਾ ਹੈਗਾ ਬੜੀ ਜਲਦੀ ਜਾਂਦੇ ਹੈਗੇ। Feet swift to go to watch these movies which are against God's word. ਔਰ ਕਦਮ ਜਿਹੜੇ ਹੈਗੇ ਬੜੀ ਜਲਦੀ ਜਾਂਦੇ ਹੈਗੇ ਉਹ ਫਿਲਮਾਂ ਦੇਖਣ ਨੂੰ ਜਿਹੜੀ ਪਰਮੇਸ਼ਰ ਦੇ ਵਚਨ ਦੇ ਵਿਰੁੱਧ ਹੈਗੀਆਂ। Because we don't want things, but our feet are not swift to go into prayer, into the closet for prayer or Bible reading. ਔਰ ਪੈਰ ਜਿਹੜੇ ਹੈਗੇ ਤੁਹਾਡੇ ਤਾਂ ਛੇਤੀ ਨਹੀਂ ਜਾਂਦੇ ਕਿ ਹਾਂ ਵੀ ਜੇ ਤੁਸੀਂ ਪ੍ਰਾਰਥਨਾ ਕਰਨੀ ਹੈਗੀ ਹੈ ਬਾਈਬਲ ਰੀਡ ਕਰਨੀ ਹੈ। The seventh thing, ਸੱਤਵੀਂ ਚੀਜ਼, false witness who speaks lies. ਝੂਠੀ ਗਵਾਹੀ ਜਿਹੜੀ ਝੂਠ ਬੋਲਦਾ ਹੈਗਾ ਬੰਦਾ। False witness is a person who character assassinates people. ਝੂਠੀ ਗਵਾਹੀ ਦੇਣ ਵਾਲੇ ਬੰਦੇ ਉਹ ਹੈਗੇ ਜਿਹੜੇ ਲੋਕਾਂ ਦੇ ਕਰੈਕਟਰ ਸੁਭਾਅ ਨੂੰ ਜਿਹੜਾ ਹੈਗਾ ਗਲਤ ਠਹਿਰਾਉਂਦੇ ਨੇ। It's a direct violation of the 9th commandment, thou shalt not bear false witness against thy neighbor. ਜਿਹੜਾ ਨਵੀਂ ਕਮਾਂਡਮੈਂਟ ਹੈਗੀ ਹੈ ਆਦੇਸ਼ ਹੈਗਾ ਉਹਦੇ ਬਿਲਕੁਲ ਵਿਰੁੱਧ ਹੈਗਾ ਕਿ ਵੀ ਤੁਸੀਂ ਕਿਸੇ ਦੇ ਵਿਰੁੱਧ ਜਿਹੜਾ ਹੈਗਾ ਗਲਤ ਚੀਜ਼ ਨਾ ਕਹੋਗੇ। A false witness is a person who swears to tell the truth but utters lies. ਇਹ ਝੂਠੀ ਗਵਾਹੀ ਜਿਹੜਾ ਹੈਗਾ ਉਹ ਬੰਦਾ ਹੈਗਾ ਜਿਹੜਾ ਸ਼ਪਥ ਖਾਂਦਾ ਹੈਗਾ ਕਿ ਮੈਂ ਸੱਚ ਬੋਲਾਂਗਾ ਲੇਕਿਨ ਬੋਲਦਾ ਝੂਠ ਹੈ। These days it has become common among politicians, authorities, judges. They swear to tell the truth but use the podium to their own advantage. ਜਿਹੜੇ ਨਿਆਇਧੀਸ਼ ਹੈਗੇ ਰਾਜਨੀਤਿਕ ਲੋਕ ਹੈਗੇ ਨੇ ਹੋਰ ਵੀ ਜਿਹੜੇ ਲੋਕ ਹੈਗੇ ਨੇ ਉਹ ਬੜਾ ਝੂਠ ਬੋਲਦੇ ਹੈਗੇ ਬੜੀ ਆਮ ਚੀਜ਼ ਹੋ ਗਈ ਹੈ। We are born with an inherent capacity to tell lies. ਸਾਡੇ ਅੰਦਰ ਹੀ ਇਹ ਚੀਜ਼ ਹੈਗੀ ਹੈ ਕਿ ਅਸੀਂ ਜਿਹੜਾ ਹੈਗਾ ਝੂਠ ਬੋਲ ਸਕਨੇ ਹਾਂ। When you take a little child, ਛੋਟੇ ਬੱਚੇ ਨੂੰ ਲਓ, innocent, ਬੜਾ innocent, angel, ਸਵਰਦੂਤ, we describe all these things for children, right? ਅਸੀਂ ਬੱਚਿਆਂ ਨੂੰ ਵਰਣਨ ਐਸੇ ਲਫ਼ਜ਼ਾਂ ਨਾਲ ਕਰਨੇ ਆ। But you don't have to teach them to tell lies. ਤੁਹਾਨੂੰ ਜਿਹੜਾ ਸਿਖਾਉਣਾ ਨਹੀਂ ਪੈਂਦਾ ਹੈ ਕਿ ਵੀ ਝੂਠ ਬੋਲਣ। Whether to escape punishment or to cover what they are doing, they will utter lies without thinking. ਜੇ ਉਹ ਕੋਈ ਗਲਤ ਚੀਜ਼ ਕੀਤੀ ਹੈ ਔਰ ਛੁਪਾਣਾ ਚਾਹੁੰਦੇ ਹੈਗੇ ਜਾਂ ਬਚਣਾ ਚਾਹੁੰਦੇ ਹੈਗੇ ਤੇ ਉਹ ਝੂਠ ਫਟਾਕ ਨਾਲ ਬੋਲ ਦਿੰਦੇ ਨੇ। You need to teach math for a child but don't need to teach lying. ਤੁਹਾਨੂੰ ਜਿਹੜਾ ਹੈਗਾ ਸਿੱਖਿਆ ਅੱਛੀ ਚੀਜ਼ ਜਿਹੜੀ ਹੈਗੀ ਹੈ ਦੇਖਣਾ ਦੇਣੀ ਪੈਂਦੀ ਹੈ ਝੂਠਣ ਵਾਸਤੇ ਨਹੀਂ। You know, as Ecclesiastes 1:2 the Bible says, Ecclesiastes 1:2 ਦੇ ਅੰਦਰ ਲਿਖਿਆ ਹੈਗਾ, the preacher calls it vanity of vanities. ਕਿ ਜਿਹੜਾ ਸਿੱਖਿਅਕ ਹੈਗਾ ਉਹ ਕਹਿੰਦਾ ਹੈ ਕਿ ਸਭ ਕੁਝ ਬਿਨਾਂ ਮੂੰਹ ਦੇ ਹੈਗੀ ਚੀਜ਼। To show yourself something which you are not. ਕਿ ਆਪਣੇ ਆਪ ਨੂੰ ਤੁਸੀਂ ਉਹ ਦਰਸਾਓ ਜੋ ਤੁਸੀਂ ਨਹੀਂ ਹੈਗੇ ਹੋ। Wear cheap imitation to show that you are rich. ਜਦੋਂ ਤੁਸੀਂ ਕੋਈ ਝੂਠੀ ਚੀਜ਼ ਪਾਉਂਦੇ ਹੈਗੇ ਹੋ ਦਿਖਾਉਣ ਵਾਸਤੇ ਕਿ ਹਾਂ ਵੀ ਇਹ ਓਰੀਜਨਲ ਬ੍ਰਾਂਡ ਹੈਗਾ। It's a one false witness. ਇਹ ਜਿਹੜਾ ਹੈਗਾ ਝੂਠੀ ਗਵਾਹੀ ਹੈਗੀ ਹੈ। The majority of Chinese industries will go bankrupt if people decide today not to wear imitation. ਬੜੀ ਢੇਰ ਸਾਰੀ ਜਿਹੜੀਆਂ ਕੰਪਨੀਆਂ ਜਿਹੜੀਆਂ ਬੈਂਕਰਪਟ ਹੋ ਜਾਣਗੀਆਂ ਜੇ ਲੋਕੀ ਝੂਠੇ ਜ਼ਹਿਰ ਜਵਾਹਰਾਤ ਜਿਹੜੇ ਹੈਗੇ ਨਾ ਪਾਣ। Satan is the father of all lies. ਸ਼ੈਤਾਨ ਜਿਹੜਾ ਹੈਗਾ ਉਹ ਪਿਤਾ ਹੈਗਾ ਹਰ ਝੂਠ ਦਾ। John 8:44 Lord Jesus said,
यूहन्ना 8:44 ਦੇ ਅੰਦਰ ਪ੍ਰਭੂ ਯਿਸੂ ਨੇ You ਕਿਹਾ, are away, you are of your father the devil, and the lusts of your father he will do. He was a murderer from the beginning, and abode not in the truth, because there is no truth in him. When he speaketh a lie, he speaketh of his own, for he is a liar, and he is the father of it. तुम अपने पिता शैतान से हो और अपने पिता की लालसाओं को पूरा करना चाहते हो। वह तो आरंभ से हत्यारा है और सत्य पर स्थिर ना रहा, क्योंकि सत्य उसमें है ही नहीं। जब वह झूठ बोलता है तो अपने स्वभाव से ही बोलता है, क्योंकि वह झूठा है वरन झूठ का पिता है। Behaving like something we are not, or showing or giving a false witness, we are following the devil. ਅਸੀਂ ਜਿਹੜਾ ਹੈਗਾ ਸ਼ੈਤਾਨ ਦੇ ਪਿੱਛੇ ਚੱਲਨੇ ਆ ਜਦੋਂ ਅਸੀਂ ਕੋਈ ਝੂਠੀ ਗਵਾਹੀ ਦਿੰਨੇ ਹੈਗੇ। Ephesians 4:25, the Bible says, ਅਫੀਸੀਓਂ 4:25 ਚ ਲਿਖਿਆ, Wherefore, putting away lying, speak every man truth with his neighbor, for we are members one of another. इस कारण झूठ बोलना छोड़कर हर एक अपने पड़ोसी से सच बोले, क्योंकि हम आपस में एक दूसरे के अंग हैं। There are no good lies in God's sight. परमेश्वर ਦੀ ਅੱਖਾਂ ਦੇ ਅੰਦਰ ਜਿਹੜਾ ਹੈ ਕੋਈ ਅੱਛਾ ਝੂਠ ਨਹੀਂ ਹੈਗਾ। All types of lies are condemned in the word of God. ਹਰ ਤਰ੍ਹਾਂ ਦਾ ਝੂਠ ਜਿਹੜਾ ਹੈਗਾ ਪਰਮੇਸ਼ਵਰ ਦੇ ਅੱਖਾਂ ਦੇ ਅੰਦਰ ਜਿਹੜਾ ਹੈਗਾ ਦੋਸ਼ਿਤ ਹੈ। So if any of us have a tendency to tell lies, to show that we are something which we are not, it is better to repent. ਜੇ ਸਾਡਾ ਸੁਭਾਵ ਕੁਝ ਕਿਸੇ ਦਾ ਵੀ ਇਸ ਤਰ੍ਹਾਂ ਹੈਗਾ ਬਈ ਝੂਠ ਬੋਲਨੇ ਹੈਗੇ ਆ ਜਾਂ ਦਰਸਾਨੇ ਆਪਣੇ ਆਪ ਨੂੰ ਉਹ ਜੋ ਅਸੀਂ ਨਹੀਂ ਹੈਗੇ ਆ, ਤੇ ਸਾਨੂੰ ਜਿਹੜਾ ਹੈਗਾ ਪਛਤਾਵਾ ਕਰਨਾ ਚਾਹੀਦਾ। The last in this list is soweth discord among brethren. ਆਖਰੀ ਚੀਜ਼ ਜਿਹੜੀ ਹੈਗੀ ਹੈ ਕਿ ਭੈਣਾਂ ਭਰਾਵਾਂ ਦੇ ਵਿੱਚ ਜਿਹੜਾ ਹੈਗਾ ਜੋ ਡਿਸਕਾਰਡ ਪਾਉਂਦਾ ਹੈਗਾ। Proverbs 16:28, the Bible says, ਨੀਤੀ ਵਚਨ 16:28 ਚ ਲਿਖਿਆ, A froward man soweth strife, and a whisperer separateth chief friends. टेढ़ा मनुष्य बहुत झगड़े को उठाता है और कानाफूसी करने वाला परम मित्रों में भी फूट करा देता है। A froward mouth is a mouth who's always deceptive. ਇੱਕ ਕਾਨਾਫੂਸੀ ਕਰਨ ਵਾਲਾ ਮੂੰਹ ਜਿਹੜਾ ਹੈਗਾ ਉਹੀ ਹੈਗਾ ਜੋ ਧੋਖੇ ਦੀ ਗੱਲਾਂ ਕਰਦਾ ਹੈ। This person opposes for the sake of opposing. ਇਹ ਇਸ ਤਰ੍ਹਾਂ ਦਾ ਬੰਦਾ ਹੈਗਾ ਜਿਹੜਾ ਵਿਰੁੱਧ ਗੱਲ ਕਰਦਾ ਹੈ ਕਿ ਵੀ ਹਾਂ ਵੀ ਵਿਰੁੱਧ ਕਰਨੀ ਚਾਹੀਦੀ ਹੈ। Or he will sow discord. ਜਾਂ ਫਿਰ ਜਿਹੜਾ ਹੈਗਾ ਝਗੜਾ ਪਵਾਉਂਦਾ ਹੈਗਾ। A whisperer also will do the same thing. ਕਾਨਾਫੂਸੀ ਕਰਨ ਵਾਲਾ ਵੀ ਬੰਦਾ ਹੀ ਕਰੇਗਾ। You know, many times discord is disguised. ਕਈ ਤਰ੍ਹਾਂ ਜਿਹੜਾ ਹੈਗਾ ਝਗੜਾ ਜਿਹੜਾ ਹੈਗਾ ਛੁਪ ਕੇ ਆਉਂਦਾ ਹੈ। It is like sowing tares in the field of wheat. ਇਹ ਇਸ ਤਰ੍ਹਾਂ ਹੈਗਾ ਕਿ ਵੀ ਤੁਸੀਂ ਗੇਹੂੰ ਦੇ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਤੁਸੀਂ ਕੋਈ ਵੀਡ ਪਾ ਦਿਓ। To look at, they are almost the same. ਦੇਖਣ ਵਿੱਚ ਦੋਨੋਂ ਇੱਕੋ ਵਰਗੇ ਲੱਗਦੇ ਹੈਗੇ। But one produces discord, one produces life. ਇੱਕ ਚੀਜ਼ ਜਿਹੜੀ ਹੈਗੀ ਹੈ ਲੜਾਈ ਉਤਪੰਨ ਕਰਦੀ ਹੈਗੀ ਹੈ ਔਰ ਦੂਜਾ ਜੀਵਨ। David wrote about such a person. ਦਾਊਦ ਨੇ ਐਸੇ ਤਰ੍ਹਾਂ ਲੋਕਾਂ ਦੇ ਬਾਰੇ ਚ ਲਿਖਿਆ ਸੀ। Psalm 55:21. ਭਜਨ ਸੰਹਿਤਾ 55:21। The words of his mouth were smoother than butter, but war was in his heart. His words were softer than oil, yet were they drawn swords. उसके मुंह की बातें तो मक्खन की सी चिकनी थीं, परंतु उसके मन में लड़ाई की बातें थीं। उसके वचन तेल से अधिक नरम तो थे, परंतु नंगी तलवारें थीं। This is called sowing discord. ਇਹ ਹੈਗਾ ਕਿ ਵੀ ਤੁਸੀਂ ਬੀਜ ਪਾਉਂਦੇ ਪਏ ਹੈਗੇ ਹੋ ਲੜਾਈਆਂ ਦੇ। The sharpest sword can be covered by the softest fabric. ਜਿੰਨੀ ਵੀ ਤੇਜ਼ ਤਲਵਾਰ ਹੋਏ ਉਹਨੂੰ ਜਿਹੜਾ ਹੈਗਾ ਬੜੇ ਨਮਰ ਕੱਪੜੇ ਦੇ ਨਾਲ ਤੁਸੀਂ ਢਾਂਪ ਸਕਦੇ ਹੈਗੇ ਹੋ। When you quote scripture with an evil heart, you may think it will produce a good result. ਜਦੋਂ ਤੁਸੀਂ ਜਿਹੜਾ ਹੈਗਾ ਪਰਮੇਸ਼ਵਰ ਦਾ ਵਚਨ ਕਿਸੇ ਨੂੰ ਦੱਸਦੇ ਹੈਗੇ ਹੋ, ਲੇਕਿਨ ਤੁਹਾਡਾ ਦਿਲ ਜਿਹੜਾ ਹੈਗਾ ਪਾਪੀ ਹੈਗਾ ਤੇ ਇਹਦਾ ਤੁਸੀਂ ਸੋਚਦੇ ਹੋ ਕਿ ਹਾਂ ਵੀ ਕੁਝ ਅੱਛਾ ਹੋਏਗਾ। But it won't. ਲੇਕਿਨ ਨਹੀਂ ਹੋਏਗਾ। Because the word has its power in the presence of the Holy Spirit in the heart, and the word has to be enlightened by the Holy Spirit. ਕਿਉਂਕਿ ਪਰਮੇਸ਼ਵਰ ਦੇ ਵਚਨ ਦੇ ਅੰਦਰ ਜਿਹੜਾ ਹੈਗਾ ਸ਼ਕਤੀ ਪਰਾਕਰਮ ਜਿਹੜਾ ਹੈਗਾ ਉਹ ਤਾਂ ਹੈਗਾ ਜਦੋਂ ਪਵਿੱਤਰ ਆਤਮਾ ਪ੍ਰਕਾਸ਼ਿਤ ਕਰਦਾ ਹੈਗਾ ਜੋ ਬੰਦਾ ਸੁਣਦਾ ਹੈ ਉਹਦਾ। You see, this example is well documented when Satan came to tempt Lord Jesus Christ. ਇਹ ਉਦਾਹਰਣ ਬੜਾ ਅੱਛਾ ਹੈਗਾ ਜਦੋਂ ਸ਼ੈਤਾਨ ਆਇਆ ਹੈਗਾ ਸੀ ਲੁਭੋਵਿਤ ਕਰਨ ਵਾਸਤੇ ਪ੍ਰਭੂ ਯਿਸੂ ਨੂੰ। There was nothing evil about the verses that Satan quoted. ਸ਼ੈਤਾਨ ਨੇ ਜਿਹੜੇ ਵਚਨ ਕਹੇ ਉਹਨਾਂ ਦੇ ਅੰਦਰ ਕੋਈ ਵੀ ਚੀਜ਼ ਗਲਤ ਨਹੀਂ ਹੈਗੀ। Satan is holy and true. Sorry, I mistake.
The word of God is holy and true. ਪਰਮੇਸ਼ਵਰ ਦਾ ਵਚਨ ਜਿਹੜਾ ਹੈਗਾ ਹੈ, ਉਹ ਪਵਿੱਤਰ ਹੈਗਾ, ਸੱਚ ਹੈਗਾ। But Satan pollutes everything he touches. ਲੇਕਿਨ ਸ਼ੈਤਾਨ ਜਿਹੜਾ ਹੈਗਾ ਜੋ ਵੀ ਚੀਜ਼ ਨੂੰ ਹੱਥ ਲਗਾ ਦਿੰਦਾ ਹੈ, ਦੂਸ਼ਿਤ ਕਰ ਦਿੰਦਾ ਹੈ। It is to deceive man but not to edify man that he uses scripture. ਉਹ ਸ਼ੈਤਾਨ ਜਿਹੜਾ ਹੈਗਾ ਇਸਤੇਮਾਲ ਕਰਦਾ ਹੈ ਵਚਨ ਨੂੰ ਧੋਖੇ ਵਿੱਚ ਲਿਆਉਣ ਵਾਸਤੇ ਲੋਕਾਂ ਨੂੰ। If I have an evil spirit and I preach God's word, it is not going to bring a blessing. ਜੇ ਮੇਰੇ ਅੰਦਰ ਜਿਹੜਾ ਹੈਗਾ ਇੱਕ ਪਾਪੀ ਆਤਮਾ ਹੈਗੀ ਹੈ ਔਰ ਮੈਂ ਪਰਮੇਸ਼ਰ ਦਾ ਵਚਨ ਜਿਹੜਾ ਹੈਗਾ ਸਿੱਖਿਆ ਦੇਣਾ ਹੈਗਾ, ਉਹਦੇ ਨਾਲ ਆਸ਼ੀਸ਼ਾਂ ਨਹੀਂ ਆਉਣਗੀਆਂ। Unless I am godly before God, my words will not bring a blessing. ਜਦ ਤੱਕ ਮੈਂ ਜਿਹੜਾ ਹੈਗਾ ਪਰਮੇਸ਼ਰ ਦੇ ਸਾਹਮਣੇ ਜਿਹੜਾ ਹੈਗਾ ਧਰਮੀ ਨਹੀਂ ਹੋਵਾਂ, ਤਦ ਤੱਕ ਮੇਰਾ ਵਚਨ ਜੋ ਮੈਂ ਦਵਾਂਗਾ ਉਹ ਬਲੈਸਿੰਗ ਨਹੀਂ ਆਉਣਗੀਆਂ। When bitterness is in my heart, ਜਦ ਕੜਵਾਹਟ ਹੈਗੀ ਹੈ ਮੇਰੇ ਦਿਲ ਦੇ ਅੰਦਰ, its roots grow out of my mouth. ਇਹ ਚੀਜ਼ਾਂ ਜਿਹੜੀ ਹੈਗੀਆਂ ਮੇਰੇ ਮੂੰਹੋਂ ਬਾਹਰ ਨਿਕਲਣਗੀਆਂ। We have itching ears to hear about others. ਸਾਡੇ ਕੰਨ ਜਿਹੜੇ ਹੈਗੇ ਖਾਰਿਸ਼ ਹੁੰਦੀ ਹੈਗੀ ਕਿ ਯਾਰ ਲੋਕਾਂ ਦੀਆਂ ਗੱਲਾਂ ਸੁਣਨਾ ਨਹੀਂ ਚਾਹੀਏ। If you are that type of soil, you will produce only discord. ਜੇ ਤੁਹਾਡਾ ਦਿਲ ਜਿਹੜਾ ਹੈਗਾ ਉਸ ਤਰ੍ਹਾਂ ਦੀ ਮਿੱਟੀ ਹੈਗੀ ਹੈ ਤੇ ਉਹਦੇ ਅੰਦਰ ਸਿਰਫ ਉਹ ਉਤਪਨ ਹੋਏਗਾ ਜੋ ਲੜਾਈ ਕਰਦਾ ਹੈ। The devil will use the tongue, hand, everything about you to produce this discord. ਸ਼ੈਤਾਨ ਜਿਹੜਾ ਹੈਗਾ ਤੁਹਾਡੇ ਹੱਥਾਂ ਨੂੰ, ਅੱਖਾਂ ਨੂੰ, ਤੁਹਾਡੇ ਜ਼ੁਬਾਨ ਨੂੰ ਇਸਤੇਮਾਲ ਕਰੇਗਾ ਕਿ ਵੀ ਕਿਸੇ ਤਰ੍ਹਾਂ ਲੜਾਈ ਉਤਪਨ ਹੋਵੇ। 1 John 2:16. ਪਹਿਲਾ ਯੋਹੰਨਾ 2:16 ਚ ਲਿਖਿਆ, For all that is in this world, the lust of the flesh, the lust of the eyes, the pride of life, is not of the Father but is of this world. क्योंकि जो कुछ संसार में है अर्थात शरीर की अभिलाषा और आँखों की अभिलाषा और जीविका का घमंड, वह पिता की ओर से नहीं परंतु संसार की ही ओर से है। We have a tendency to absorb these things. ਸਾਡੇ ਅੰਦਰ ਇਹ ਚੀਜ਼ ਹੈਗੀ ਹੈ ਕਿ ਅਸੀਂ ਇਹ ਚੀਜ਼ਾਂ ਨੂੰ ਅਬਜ਼ਰਵ ਕਰਦੇ ਹੈਗੇ ਹਾਂ। Pride of life. ਜੀਵਨ ਦੇ ਘਮੰਡ ਨੂੰ। We have to be better than our neighbors. ਸਾਨੂੰ ਵੀ ਆਪਣੇ ਪੜੋਸੀ ਤੋਂ ਬਿਹਤਰ ਹੋਣਾ ਚਾਹੀਦਾ। Even if we have to get in debt, we have to be better than the neighbors. ਜੇ ਸਾਨੂੰ ਉਠਾਣਾ ਵੀ ਪਏ ਪੈਸਾ ਕਿਤੋਂ ਤਾਂ ਸਾਨੂੰ ਆਪਣੇ ਪੜੋਸੀ ਤੋਂ ਬਿਹਤਰ ਲੱਗਣਾ ਚਾਹੀਦਾ। Lust of the eyes. ਅੱਖਾਂ ਦਾ ਜਿਹੜਾ ਹੈਗਾ ਲੋਭ। I want that at any condition. ਕਿ ਮੈਨੂੰ ਇਹ ਚੀਜ਼ ਚਾਹੀਦੀ ਹੈ ਕਿਸੇ ਤਰ੍ਹਾਂ ਵੀ ਮਿਲ ਜਾਵੇ। Lust of the flesh. ਹਾਰ ਮਾਸ ਦਾ ਜਿਹੜਾ ਹੈਗਾ ਲਸਟ। We talked about it enough. ਅਸੀਂ ਕਾਫੀ ਗੱਲ ਕਰ ਚੁੱਕੇ ਹੈਗੇ। Conclusion, I want to say this. ਅੰਤ ਅੰਦਰ ਮੈਂ ਇਹ ਕਹਿਣਾ ਚਾਹੁੰਦਾ, These 8 things are just a small sample of what God hates. ਇਹ 8 ਚੀਜ਼ਾਂ ਜਿਹੜੀਆਂ ਹੈਗੀਆਂ ਨਮੂਨਾ ਹੈਗਾ ਛੋਟੀਆਂ ਚੀਜ਼ਾਂ ਦਾ ਜਿਹੜੇ ਪਰਮੇਸ਼ਰ ਜਿਹਦੇ ਨਾਲ ਘਿਰਣਾ ਕਰਦੇ ਹੈਗੇ। As you study God's word, there will be many instances which things he hates. ਜਿਹੜਾ ਤੁਸੀਂ ਪਰਮੇਸ਼ਰ ਦੇ ਵਚਨ ਦਾ ਅਧਿਐਨ ਕਰੋਗੇ ਤਾਂ ਦੇਖੋਗੇ ਹੋਰ ਬੜੀਆਂ ਚੀਜ਼ਾਂ ਜਿਹੜਾ ਉਹ ਘਿਰਣਾ ਕਰਦੇ ਹੈਗੇ। God calls us children of God through the blood of Jesus Christ. ਪ੍ਰਭੂ ਜਿਹੜਾ ਹੈਗਾ ਸਾਨੂੰ ਬੁਲਾਣੇ ਹੈਗੇ ਆਪਣੀ ਸੰਤਾਨ ਪ੍ਰਭੂ ਯਿਸੂ ਦੇ ਲਹੂ ਦੇ ਦੁਆਰਾ। The blood he shed on the cross and died with suffering and rose again. ਲਹੂ ਜੋ ਉਹਨਾਂ ਨੇ ਕ੍ਰਾਸ ਦੇ ਉੱਤੇ ਬਹਾਇਆ ਔਰ ਦੁਬਾਰਾ ਜੀ ਉਠੇ। He suffered great humiliation. ਉਹਨਾਂ ਨੇ ਜਿਹੜਾ ਹੈਗਾ ਬਹੁਤ ਜਿਹੜਾ ਹੈਗਾ ਹਿਊਮਿਲੀਏਸ਼ਨ ਸਫਰ ਕੀਤੀ। We have to learn to hate the thing God hates. ਸਾਨੂੰ ਸਿੱਖਣਾ ਹੈਗਾ ਕਿ ਉਹ ਚੀਜ਼ਾਂ ਨਾਲ ਘਿਰਣਾ ਕਰੀਏ ਜਿਹੜੇ ਪਰਮੇਸ਼ਵਰ ਘਿਰਣਾ ਕਰਦੇ ਹੈਗੇ। You know, imagine this, God who there is no sin in him. ਸੋਚੋ ਜਿਨ੍ਹਾਂ ਦੇ ਅੰਦਰ ਕੋਈ ਪਾਪ ਨਹੀਂ, he hates certain sins. ਉਹ ਕੁਝ ਪਾਪ ਹੈਗੇ ਜਿਹੜੇ ਉਹ ਘਿਰਣਾ ਕਰਦੇ ਹੈਗੇ। How great those sins are. ਕਿੰਨੇ ਵੱਡੇ ਹੋਣਗੇ ਉਹ ਪਾਪ। We should also hate it. ਸਾਨੂੰ ਵੀ ਜਿਹੜਾ ਹੈਗਾ ਘਿਰਣਾ ਕਰਨੀ ਹੈਗੀ। Like no one will wear a dirty shirt. ਜਿਸ ਤਰ੍ਹਾਂ ਕੋਈ ਗੰਦੀ ਪੋਸ਼ਾਕ ਨਹੀਂ ਪਹਿਨੇਗਾ। You hate it. ਤੁਹਾਨੂੰ ਘਿਰਣਾ ਹੁੰਦੀ ਹੈ। So that's how you have to be with things of God. ਉਸੇ ਤਰ੍ਹਾਂ ਪਰਮੇਸ਼ਵਰ ਦੀ ਚੀਜ਼ਾਂ ਦੇ ਨਾਲ ਜਿਹੜਾ ਹੈਗਾ ਘਿਰਣਾ ਕਰਨੀ ਹੈ। If in this heat you are working outside, when you come in you hate the sweat and the smell of sweat till you take a shower. That is the way we should start hating things that God hates. ਜੇ ਗਰਮੀ ਦੇ ਅੰਦਰ ਬਾਅਦ ਜੋ ਜਾ ਕੇ ਤੁਸੀਂ ਕੰਮ ਕੀਤਾ ਪਸੀਨਾ ਆਇਆ ਔਰ ਤੁਸੀਂ ਉਸ ਚੀਜ਼ ਨੂੰ ਘਿਰਣਾ ਕਰਦੇ ਪਏ ਹੋ ਜਦ ਤੱਕ ਤੁਸੀਂ ਨਹਾ ਨਹੀਂ ਲੈਂਦੇ, ਉਸੇ ਤਰ੍ਹਾਂ ਜਿਹੜਾ ਹੈਗਾ ਪਾਪ ਦੀਆਂ ਚੀਜ਼ਾਂ ਦੇ ਨਾਲ ਵੀ ਜਿਹੜਾ ਘਿਰਣਾ ਕਰਨੀ ਜ਼ਰੂਰੀ ਹੈ। Let's bow our head, close our eyes. Consider your lives. ਆਪਣੇ ਜੀਵਨ ਨੂੰ ਵਿਚਾਰੋ। Consider it. ਧਿਆਨੋ। Are there things that God hates in your life? ਸੋਚੋ ਕਿ ਤੁਹਾਡੇ ਜੀਵਨ ਦੇ ਅੰਦਰ ਕੋਈ ਚੀਜ਼ ਹੈਗੀ ਹੈ ਜਿਹੜਾ ਪਰਮੇਸ਼ਵਰ ਘਿਰਣਾ ਕਰਦੇ। It's time to repent and get it out of your life. ਪਛਤਾਵਾ ਕਰੋ, ਮਨ ਫਿਰਾਓ, ਆਪਣੇ ਜੀਵਨ ਚੋਂ ਕੱਢੋ। Many things are hidden in our lives. ਸਾਡੇ ਜੀਵਨ ਦੇ ਅੰਦਰ ਕਈ ਚੀਜ਼ਾਂ ਬੜੀਆਂ ਲੁਪਤ ਹੁੰਦੀਆਂ। It is the word of God which opens it. ਪਰਮੇਸ਼ਵਰ ਦਾ ਵਚਨ ਬਾਹਰ ਕੱਢਦਾ ਹੈ। It is the word of God which sheds the light. ਪਰਮੇਸ਼ਵਰ ਦਾ ਵਚਨ ਜਿਹੜਾ ਹੈਗਾ ਪ੍ਰਕਾਸ਼ਿਤ ਕਰਦਾ ਹੈ। It is the word of God which convicts. ਪਰਮੇਸ਼ਵਰ ਦਾ ਵਚਨ ਹੈਗਾ ਜਿਹੜਾ ਸਾਨੂੰ ਕਨਵਿਕਟ ਕਰਦਾ ਹੈ। The strength of our Lord Holy Spirit is the word of God. ਇਹ ਪਵਿੱਤਰ ਆਤਮਾ ਦੀ ਸ਼ਕਤੀ ਜਿਹੜੀ ਹੈਗੀ ਹੈ ਪਰਮੇਸ਼ਵਰ ਦਾ ਵਚਨ ਹੈ। And that when you allow the word of God to wash us, cleanse us, convict us,
then we can change. ਔਰ ਜਦੋਂ ਤੁਸੀਂ ਅਲਾਓ ਕਰਦੇ ਹੈਗੇ ਕਿ ਪਰਮੇਸ਼ਵਰ ਦਾ ਵਚਨ ਤੁਹਾਨੂੰ ਜਿਹੜਾ ਹੈਗਾ ਕਨਵਿਕਟ ਕਰੇ ਔਰ ਸਾਫ਼ ਕਰੇ ਤੁਹਾਨੂੰ, ਤਦ ਬਦਲਾਵ ਆਉਂਦਾ ਹੈ। So every day read God's word ਹਰ ਰੋਜ਼ ਜਿਹੜਾ ਹੈਗਾ ਪਰਮੇਸ਼ਵਰ ਦਾ ਵਚਨ ਪੜੋ and allow the word of God to read you. ਔਰ ਪਰਮੇਸ਼ਵਰ ਦੇ ਵਚਨ ਨੂੰ ਅਲਾਓ ਕਰੋ ਕਿ ਤੁਹਾਨੂੰ ਰੀਡ ਕਰਨ। You have to open your heart for the word of God. ਤੁਹਾਨੂੰ ਜਿਹੜਾ ਹੈਗਾ ਆਪਣਾ ਦਿਲ ਖੋਲਣਾ ਹੈਗਾ ਪਰਮੇਸ਼ਵਰ ਦੇ ਵਚਨ ਵਾਸਤੇ। Let the word of God read you. ਪਰਮੇਸ਼ਵਰ ਦੇ ਵਚਨ ਨੂੰ ਜਿਹੜਾ ਹੈਗਾ ਪੜਨ ਦਿਓ ਆਪਣੇ ਆਪ ਨੂੰ। The word is, the Bible says, in the beginning was the word was with God and the word was God. बाइबल से लिखा है कि शुरुआत में आदि में वचन था, वचन परमेश्वर के साथ था और परमेश्वर ही वचन था। So that allow him to convict you. ਤੁਸੀਂ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਕਨਵਿਕਟ ਕਰਨ ਨੂੰ ਆਗਿਆ ਦਿਓ। Make a commitment to God. ਪਰਮੇਸ਼ਵਰ ਦੇ ਨਾਲ ਕਮਿਟਮੈਂਟ ਕਰੋ। Lord, I will read your word and allow your word to read me. ਕਿ ਪਰਮੇਸ਼ਵਰ ਮੈਂ ਤੁਹਾਡੇ ਵਚਨ ਨੂੰ ਪੜਾਂਗਾ ਰੋਜ਼ ਔਰ ਅਲਾਓ ਕਰਾਂਗਾ ਕਿ ਉਹ ਮੈਨੂੰ ਪੜਨ। If all things every day you don't read God's word, many of these sins will remain hidden in your life. ਜੇ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਜਿਹੜਾ ਹੈਗਾ ਰੋਜ਼ ਨਹੀਂ ਪੜੋਗੇ ਤੇ ਬੜੇ ਪਾਪ ਹੈ ਜੇ ਤੁਹਾਡੇ ਜੀਵਨ ਦੇ ਅੰਦਰ ਲੁਪਤ ਰਹਿਣਗੇ। Nobody knows your sins. ਕੋਈ ਵੀ ਨਹੀਂ ਜਾਣਦਾ ਤੁਹਾਡੇ ਪਾਪਾਂ ਨੂੰ। Your wife doesn't know your sin. ਤੁਹਾਡੀ ਪਤਨੀ ਨੂੰ ਨਹੀਂ ਪਤਾ। Your husband doesn't know your sin. ਤੁਹਾਡੇ ਪਤੀ ਨੂੰ ਨਹੀਂ ਪਤਾ। God knows your sin. ਪਰਮੇਸ਼ਵਰ ਜਾਣਦੇ ਹੈਗੇ ਤੁਹਾਡੇ ਪਾਪਾਂ And ਨੂੰ। only through his word he will reveal the sin. ਆਪਣੇ ਵਚਨ ਦੇ ਦੁਆਰਾ ਹੀ ਜਿਹੜਾ ਹੈਗਾ ਪ੍ਰਕਾਸ਼ਿਤ ਕਰਨਗੇ ਪਾਪ ਨੂੰ। The Lord Holy Spirit can convict you of sin. ਪਵਿੱਤਰ ਆਤਮਾ ਜਿਹੜਾ ਹੈਗਾ ਤੁਹਾਨੂੰ ਕਨਵਿਕਟ ਕਰਨਗੇ। So allow the word of God. ਉਹਨਾਂ ਨੂੰ ਆਗਿਆ ਕਰੋ ਵਚਨ ਨੂੰ। Put away the things which God hates. ਪਰਮੇਸ਼ਵਰ ਜੋ ਘ੍ਰਿਣਾ ਕਰਦੇ ਹੈਗੇ ਉਹ ਸਾਰੀ ਚੀਜ਼ਾਂ ਨੂੰ ਬਾਹਰ ਕੱਢ ਦਿਓ। Learn what God hates. ਸਿੱਖੋ ਕਿ ਪਰਮੇਸ਼ਵਰ ਕੀ ਚੀਜ਼ ਘ੍ਰਿਣਾ ਕਰਦੇ ਹੈਗੇ। Learn to do the things that please God. ਉਹ ਚੀਜ਼ਾਂ ਕਰੋ ਜੋ ਪਰਮੇਸ਼ਵਰ ਨੂੰ ਆਨੰਦਿਤ ਕਰਦੀਆਂ ਹੈਗੀਆਂ। Thank you, Father. Lord, I commit everyone here into your hands. I pray, Lord, that your conviction will rest upon them. I pray, Lord, give them the desire, Lord, to read your word. Give them the, Lord, joy to read your word, Lord, that as they read it, that you will open the word to them, that the word will start to read everyone's life, Father, that we may bring glory to you as a church. We thank you, Father. I commit everyone here into your hands and the people who are watching. I pray that your hands will bless them with your word and conviction. I pray that they will become the children of God who hate the things that you hate. We bless them in the name of our Lord Jesus. Thank you, Father. The Lord bless you and keep you. The Lord make his face to shine upon you and be gracious unto you. The Lord lift his countenance upon you and give you peace. In the name of our Lord Jesus. Amen. Amen. Have a wonderful week. God bless you.